ਗੁੱਡ ਮਾਰਨਿੰਗ ਆਲ ਆਫ ਯੂ। ਅੱਜ ਦੀ ਕਰੰਟ ਅਫੇਅਰ ਕਲਾਸ ਵਿੱਚ ਆਪਾਂ ਕਵਰ ਕਰਾਂਗੇ 1st to 5th ਫੈਬ ਦਾ ਕਰੰਟ ਅਫੇਅਰ। ਕਾਫੀ ਇੰਪੋਰਟੈਂਟ ਨਿਊਜ਼ ਹੋਣਗੀਆਂ, ਸੋ ਵੀਡੀਓ ਨੂੰ ਤੁਸੀਂ ਸਕਿਪ ਨਹੀਂ ਕਰਨਾਗਾ। ਜਿੰਨੇ ਵੀ ਆਪਣੇ ਪੰਜਾਬ ਗਵਰਨਮੈਂਟ ਦਾ ਐਗਜ਼ਾਮ ਆ ਰਿਹਾ, ਫਿਰ ਇੰਡੀਆ ਦਾ ਕੋਈ ਵੀ ਆਪਣਾ ਐਗਜ਼ਾਮ ਆ ਰਿਹਾਗਾ, ਉਹਦੇ ਵਿੱਚ ਇਹ ਵੀਡੀਓ ਕਾਫੀ ਬੈਨੀਫੀਸ਼ੀਅਲ ਰਹੂਗੀ। ਸੋ ਸਟਾਰਟ ਕਰਦੇ ਆਪਣੀ ਅੱਜ ਦੀ ਫਸਟ ਨਿਊਜ਼ ਤੋਂ। ਇਟ ਇਜ਼ ਰਿਲੇਟਡ ਟੂ ਆਸਟ੍ਰੇਲੀਅਨ ਓਪਨ। एलिना रायबाकिना ने ऑस्ट्रेलियन ओपन अपना जित्यागा एंड दिस इज़ हर सैकेंड ग्रैंड स्लैम टाइटल आफ्टर विंबलडन 2022। ठीक है जी, 2022 ਦੇ ਵਿੱਚ ਇਹਨਾਂ ਨੇ ਵਿੰਬਲਡਨ ਜਿੱਤਿਆ ਸੀਗਾ ਤੇ 2026 ਦੇ ਵਿੱਚ ਇਹਨਾਂ ਨੇ ਆਸਟ੍ਰੇਲੀਅਨ ਓਪਨ ਜਿੱਤਿਆਗਾ। ਮੈਨਸ ਕੈਟਾਗਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਕਾਰਲੋਸ ਅਲਕਾਜ਼ਾਰ ਇਹ ਸਿਰਫ 22 ਇਅਰਸ ਦੇ ਨੇ। ਇਹਨਾਂ ਨੇ ਇਹ ਟਾਈਟਲ ਜਿੱਤਿਆਗਾ, ਨੋਵਾਕ ਜੋਕੋਵਿਚ ਨੂੰ ਹਰਾ ਕੇ ਟਾਈਟਲ ਜਿੱਤਿਆਗਾ। and he became the youngest player in men's tennis history to complete the career grand slam। ਠੀਕ ਹੈ ਜੀ, ਇਹ ਕਿਹੜੀ ਕੰਟਰੀ ਤੋਂ ਆਉਂਦੇ? ਇਹ ਸਪੇਨ ਕੰਟਰੀ ਤੋਂ ਆਉਂਦੇ ਨੇ। ਉਸ ਤੋਂ ਬਾਅਦ ਮੈਨਸ ਡਬਲ ਕੈਟਾਗਰੀ ਦੇ ਵਿੱਚ ਨੀਲ ਸਕੂਪਸਕੀ ਐਂਡ ਕ੍ਰਿਸਚਨ ਹੈਰਿਸਨ ਨੇ ਟਾਈਟਲ ਜਿੱਤਿਆ। ਵੂਮੈਨਸ ਡਬਲ ਕੈਟਾਗਰੀ ਦੇ ਵਿੱਚ ਐਲਿਸ ਮਰਟਿਸਨ ਐਂਡ ਜਾਂਗ ਸ਼ੁਆਈ ਨੇ ਟਾਈਟਲ ਜਿੱਤਿਆਗਾ। ਐਂਡ ਮਿਕਸਡ ਕੈਟਾਗਰੀ ਦੇ ਵਿੱਚ ਜੌਨ ਪੀਅਰਸ ਐਂਡ ਓਲੀਵੀਆ ਗਾਦੇਚੀ ਨੇ ਟਾਈਟਲ ਜਿੱਤਿਆਗਾ। ਸੋ ਕਾਫੀ ਇੰਪੋਰਟੈਂਟ ਨਿਊਜ਼ ਹੈ ਆਸਟ੍ਰੇਲੀਅਨ ਓਪਨ, ਇਹ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਸੈਕਿੰਡ ਨਿਊਜ਼ ਆਪਣੀ ਹੈਗੀ ਹੈ ਕੈਥਰੀਨ ਓਹਾਰਾ। ਇਹ ਪਰਸਨ ਰਿਲੇਟਡ ਨਿਊਜ਼ ਹੈਗੀ ਹੈ। ਇਹਨਾਂ ਦੀ ਰੀਸੈਂਟਲੀ ਡੈਥ ਹੋਈ ਹੈ ਐਟ ਦ ਏਜ ਆਫ 71 ਐਂਡ ਇਹ ਕਿਹੜੇ ਫੀਲਡ ਤੋਂ ਬਿਲੋਂਗ ਕਰਦੇ ਸੀ ਆਪਾਂ ਉਹ ਯਾਦ ਰੱਖਣਾ ਹੈ। ਸੋ ਇਹ ਕੋਮਿਕ ਐਕਟਰ ਸੀਗੇ, ਮਤਲਬ ਸਿਨੇਮਾ ਤੋਂ ਬਿਲੋਂਗ ਕਰਦੇ ਸੀਗੇ। ਠੀਕ ਹੈ ਜੀ, ਕੈਨੇਡਾ ਤੋਂ ਬਿਲੋਂਗ ਕਰਦੇ ਸੀਗੇ ਐਂਡ ਇਹਨਾਂ ਨੂੰ ਐਮੀ ਵੀ ਦਿੱਤਾ ਗਿਆ ਸੀਗਾ ਫॉर ਹਰ ਰੋਲ ਇਨ ਸ਼ਿਟਸ ਕ੍ਰੀਕ। ਠੀਕ ਹੈ ਜੀ, ਐਂਡ ਹੋਮ ਅਲੋਨ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਸੀਗਾ। ਸੋ ਇਹ ਤੁਸੀਂ ਯਾਦ ਰੱਖਿਓ, ਪਰਸਨ ਦਾ ਨਾਮ ਕੈਥਰੀਨ ਓਹਾਰਾ, ਸਿਨੇਮਾ ਵਰਲਡ ਤੋਂ ਹੀ ਬਿਲੋਂਗ ਕਰਦੇ ਸੀ ਜਿਨ੍ਹਾਂ ਦੀ ਰੀਸੈਂਟਲੀ ਡੈਥ ਹੋਈ ਹੈ। ਉਸ ਤੋਂ ਬਾਅਦ ਥਰਡ ਨਿਊਜ਼ ਪੋਲੀਟੀਕਲ ਨਿਊਜ਼ ਆਪਣੀ ਹੈਗੀ ਆ ਸੁਮਿਤਰਾ ਪਵਾਰ ਸਵੋਨ ਇਨ ਐਸ ਫਰਸਟ ਵੂਮਨ ਡਿਪਟੀ ਚੀਫ ਮਿਨਿਸਟਰ ਆਫ ਮਹਾਰਾਸ਼ਟਰ। ਸੋ ਆਪਾਂ ਰੀਸੈਂਟਲੀ ਵੇਖਿਆ ਸੀਗਾ ਕਿ ਜੋ ਡਿਪਟੀ ਚੀਫ ਮਿਨਿਸਟਰ ਸੀਗੇ ਅਜੀਤ ਪਵਾਰ, ਉਹਨਾਂ ਦੀ ਪਲੇਨ ਕ੍ਰੈਸ਼ ਦੇ ਵਿੱਚ ਡੈਥ ਹੋ ਗਈ ਸੀਗੀ। ਸੋ ਉਹਨਾਂ ਦੀ ਵਾਈਫ ਹੈ ਸੁਮਿਤਰਾ ਪਵਾਰ, ਉਹਨਾਂ ਨੂੰ ਜੋ ਹੈ ਉਹ ਡਿਪਟੀ ਚੀਫ ਮਿਨਿਸਟਰ ਬਣਾਇਆ ਗਿਆ ਐਂਡ ਸ਼ੀ ਇਜ਼ ਦਾ ਫਰਸਟ ਵੂਮਨ ਡਿਪਟੀ ਚੀਫ ਮਿਨਿਸਟਰ ਆਫ ਮਹਾਰਾਸ਼ਟਰ। ਉਸ ਤੋਂ ਬਾਅਦ ਗ੍ਰੈਮੀ ਅਵਾਰਡਸ ਅਨਾਉਂਸ ਕੀਤੇ ਗਏ ਸੀਗੇ, ਇਹ ਕਾਫੀ ਇੰਪੋਰਟੈਂਟ ਨਿਊਜ਼ ਆਪਣੇ ਲਈ। ਸਭ ਤੋਂ ਪਹਿਲਾਂ ਕਿਹੜਾ ਐਡੀਸ਼ਨ ਸੀਗਾ? 68th ਐਡੀਸ਼ਨ ਸੀਗਾ ਗ੍ਰੈਮੀ ਅਵਾਰਡਸ ਦਾ। ਕਿੱਥੇ ਇਹ ਇਵੈਂਟ ਹੋਇਆ ਸੀਗਾ? crypto.com ਐਰੀਨਾ ਦੇ ਵਿੱਚ ਹੋਇਆ ਸੀਗਾ, ਲਾਸ ਐਂਜਲਸ ਦੇ ਵਿੱਚ। ਐਂਡ ਇਹਦੇ ਵਿੱਚ ਕੁਝ ਕੈਟਾਗਰੀਜ਼ ਜੋ ਆਪਣੇ ਲਈ ਇੰਪੋਰਟੈਂਟ ਹੋ ਜਾਂਦੇ ਜੋ ਆਪਾਂ ਯਾਦ ਰੱਖਣੀਆਂ ਨੇ। ਸਭ ਤੋਂ ਪਹਿਲਾਂ ਐਲਬਮ ਆਫ ਦਾ ਈਅਰ, ਇਟ ਇਜ਼ ਦਾ ਮੋਸਟ ਇੰਪੋਰਟੈਂਟ ਕੈਟਾਗਰੀ ਜੋ ਕਿ ਕਿਹਨੂੰ ਦਿੱਤੀ ਗਈ ਹੈ? ਬੈਡ ਬਨੀ ਨੂੰ। ਐਂਡ ਇਹ ਜੋ ਹੈਗੇ ਨੇ ਉਹ ਪਿਓਰਟੋ ਰੀਕੋ ਦੇ ਸਿੰਗਰ ਹੈਗੇ ਆ। ਠੀਕ ਹੈ, ਇਹਨਾਂ ਦੀ ਐਲਬਮ ਦਾ ਨਾਮ ਤੁਸੀਂ ਯਾਦ ਰੱਖਣਾ ਦੇਬੀ ਤਿਰਾਰ ਮਾਸ ਫੋਟੋਜ਼। ਠੀਕ ਹੈ ਜੀ, ਜਿਹਦਾ ਇੰਗਲਿਸ਼ ਵਰਜ਼ਨ ਹੈ ਆਈ ਸ਼ੁੱਡ ਹੈਵ ਟੇਕਨ ਮੋਰ ਫੋਟੋਜ਼। ਸੋ ਇਹ ਕੈਟਾਗਰੀ ਤੁਸੀਂ ਯਾਦ ਰੱਖਣੀ ਹੈ, ਬੈਡ ਬਨੀ ਦਾ ਨਾਮ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਰਿਕਾਰਡ ਆਫ ਦਾ ਈਅਰ ਕੈਟਾਗਰੀ, ਇਹਦੇ ਵਿੱਚ ਕੈਂਡਰਿਕ ਲਮਾਰ ਨੂੰ ਅਵਾਰਡ ਦਿੱਤਾ ਗਿਆ ਫॉर ਲੂਥਰ ਐਂਡ ਇਹਨਾਂ ਨੂੰ ਬੈਸਟ ਰੈਪ ਐਲਬਮ ਵੀ ਦਾ ਵੀ ਅਵਾਰਡ ਦਿੱਤਾ ਗਿਆ ਫॉर GNX ਐਲਬਮ ਲਈ। ਠੀਕ ਹੈ ਜੀ, ਉਸ ਤੋਂ ਬਾਅਦ ਸੌਂਗ ਆਫ ਦਾ ਈਅਰ ਕਿਹਨੂੰ ਦਿੱਤਾ ਗਿਆ? ਬਿਲੀ ਆਈਲਿਸ਼ ਨੂੰ। ਕਿਹੜੇ ਗਾਣੇ ਲਈ? ਵਾਈਲਡ ਫਲਾਵਰ ਗਾਣੇ ਲਈ। ਠੀਕ ਹੈ, ਉਸ ਤੋਂ ਬਾਅਦ ਬੈਸਟ ਪੌਪ ਸੋਲੋ ਪਰਫਾਰਮੈਂਸ ਦਿੱਤਾ ਗਿਆ ਯੰਗ ਫॉर ਮੈਸੀ। ਬੈਸਟ ਪੌਪ ਵੋਕਲ ਐਲਬਮ ਲੇਡੀ ਗਾਗਾ ਨੂੰ ਦਿੱਤਾ ਗਿਆ ਅਵਾਰਡ ਫॉर ਮੇਹਮ ਐਂਡ ਬੈਸਟ ਨਿਊ ਆਰਟਿਸਟ ਕੌਣ ਚੁਣੇ ਗਏ? ਓਲੀਵੀਆ ਡੀਨ। ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਕੇਨ ਨੂੰ। ਉਸ ਤੋਂ ਬਾਅਦ ਕਾਫੀ ਇੰਪੋਰਟੈਂਟ ਆਪਣੇ ਲਈ ਹੈਗਾ ਦਲਾਈ ਲਾਮਾ ਨੂੰ ਆਪਣਾ ਫਸਟ ਗ੍ਰੈਮੀ ਅਵਾਰਡ ਦਿੱਤਾ ਗਿਆ ਇਨ ਦਾ ਕੈਟਾਗਰੀ ਆਫ ਬੈਸਟ ਆਡੀਓ ਬੁੱਕ ਐਂਡ ਇਹਨਾਂ ਦੀ ਆਡੀਓ ਬੁੱਕ ਦਾ ਨਾਮ ਕੀ ਹੈਗਾ? ਮੈਡੀਟੇਸ਼ਨਸ ਦਾ ਰਿਫਲੈਕਸ਼ਨਸ ਆਫ ਹਿਜ਼ ਹੋਲੀਨੈਸ ਦਾ ਦਲਾਈ ਲਾਮਾ। ਇਹ ਆਪਣੇ ਲਈ ਕਾਫੀ ਇੰਪੋਰਟੈਂਟ ਹੈ। ਸੋ ਇਹਨਾਂ ਨੂੰ ਫਸਟ ਗ੍ਰੈਮੀ ਅਵਾਰਡ ਦਿੱਤਾ ਗਿਆ ਹੈਗਾ। ਠੀਕ ਹੈ, ਐਂਡ ਇਸ ਵਾਰ ਦੇ ਜੋ ਗ੍ਰੈਮੀ ਅਵਾਰਡ ਸੀਗੇ ਥੋੜਾ ਜਿਹਾ ਇਹ ਥੋੜੇ ਪੋਲੀਟੀਕਲ ਹੋ ਗਏ ਸੀਗੇ ਬਿਕੋਜ਼ ਆਪਾਂ ਅਮਰੀਕਾ ਦੇ ਵਿੱਚ ਦੇਖਿਆਗਾ ਕਿ ਉੱਥੇ ਐਂਟੀ ਆਈਸ ਪ੍ਰੋਟੈਸਟ ਚੱਲ ਰਹੇ ਨੇ। ਆਈਸ ਕੀ ਹੈਗਾ? ਦੀ ਫੁੱਲ ਫਾਰਮ ਤੁਸੀਂ ਯਾਦ ਰੱਖਿਓ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ। ਠੀਕ ਹੈ ਜੀ, ਸੋ ਐਂਟੀ ਆਈਸ ਸਪੀਚਸ ਜੋ ਹੈ ਜਿਨ੍ਹਾਂ ਨੇ ਵੀ ਅਵਾਰਡ ਜਿੱਤੇ, ਜਿਵੇਂ ਬਿਲੀ ਆਈਲਿਸ਼ ਹੋ ਗਏ, ਠੀਕ ਹੈ, ਬੈਡ ਬਨੀ ਹੋ ਗਏ, ਇਹਨਾਂ ਨੇ ਐਂਟੀ ਆਈਸ ਸਪੀਚਸ ਜੋ ਹੈ ਉੱਥੇ ਦਿੱਤੀਆਂ ਨੇ ਆਪਣਾ ਅਵਾਰਡ ਰਿਸੀਵ ਕਰਦੇ ਟਾਈਮ। ਸੋ ਇਹ ਵੀ ਤੁਸੀਂ ਯਾਦ ਰੱਖਣਾ, ਆਈਸ ਦੀ ਫੁੱਲ ਫਾਰਮ ਤੁਸੀਂ ਯਾਦ ਰੱਖਿਓ। ਠੀਕ ਹੈ ਜੀ, ਉਸ ਤੋਂ ਬਾਅਦ ਫਿਫਥ ਨਿਊਜ਼ ਆਪਣੀ ਹੈਗੀ ਹੈ SBI ਲਾਂਚ ਚੱਕਰ ਫੈਸਿਲਿਟੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਯਾਦ ਰੱਖਣਾ ਕਿ ਚੱਕਰ ਫੈਸਿਲਿਟੀ ਕਿਹਨੇ ਲਾਂਚ ਕੀਤੀ ਹੈ? SBI ਨੇ ਲਾਂਚ ਕੀਤੀ ਹੈ ਐਂਡ ਕਿਹੜੇ ਪਰਪਸ ਲਈ ਲਾਂਚ ਕੀਤੀ ਹੈ? ਟੂ ਫਾਈਨੈਂਸ 8 ਸਨਰਾਈਜ਼ ਸੈਕਟਰ ਵਿਦ ਦ ਏਮ ਟੂ ਕੈਟਲਾਈਜ਼ ਕੈਪੀਟਲ ਐਕਸਪੈਂਡੀਚਰ ਆਫ ਓਵਰ 100 ਲੱਖ ਕਰੋੜ ਰੁਪੀਜ਼ ਬਾਈ 2030। ਠੀਕ ਹੈ ਜੀ, ਸੋ 8 ਸਨਰਾਈਜ਼ ਸੈਕਟਰ ਜੋ ਆਪਣੇ ਜਿਵੇਂ ਕਿ એનર્ਜੀ, ਗ੍ਰੀਨ એનર્ਜੀ ਹੋ ਗਿਆ, ਐਗਰੀਕਲਚਰ ਹੋ ਗਿਆ, MSMEs ਹੋ ਗਏ, ਇਹਨਾਂ ਨੂੰ ਫਾਈਨੈਂਸ ਕਰਨ ਲਈ ਜੋ ਹੈ ਇਹ ਚੱਕਰ ਫੈਸਿਲਿਟੀ ਦੀ ਸ਼ੁਰੂਆਤ SBI ਨੇ ਕੀਤੀ ਹੈ, ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਪੰਜਾਬ ਤੋਂ ਰਿਲੇਟਡ ਨਿਊਜ਼ ਹੈ PM ਇਨੈਗੂਰੇਟਸ ਹਲਵਾਰਾ ਸਿਵਲ ਟਰਮੀਨਲ। ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖਣਾ ਕਿੱਥੇ ਹੈ ਟਰਮੀਨਲ? ਇਹ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਲਾਈ ਕਰਦਾ ਗਾ। ਉਸ ਤੋਂ ਬਾਅਦ
ਆਦਮਪੁਰ 에ਅਰਪੋਰਟ ਦਾ ਨਾਮ ਵੀ ਚੇਂਜ ਕੀਤਾ। ਆਦਮਪੁਰ 에ਅਰਪੋਰਟ ਕਿੱਥੇ? ਜਲੰਧਰ ਦੇ ਵਿੱਚ ਹੈਗਾ। ਨਾਮ ਚੇਂਜ ਕਰਕੇ ਕੀ ਰੱਖਿਆ ਗਿਆ? ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 에ਅਰਪੋਰਟ, ਠੀਕ ਹੈ ਜੀ। ਇਸ ਤੋਂ ਬਾਅਦ ਉਹਨਾਂ ਨੇ ਵਿਜ਼ਿਟ ਕੀਤਾ ਡੇਰਾ ਸੱਚਖੰਡ ਬਲਾਨ ਔਨ ਦ ਓਕੇਜਨ ਆਫ 649th ਬਰਥ ਐਨੀਵਰਸਰੀ ਆਫ ਗੁਰੂ ਰਵਿਦਾਸ ਜੀ, ਠੀਕ ਹੈ ਜੀ। ਇਹ 1 ਫਰਵਰੀ ਨੂੰ ਜੋ ਹੈ ਗੁਰੂ ਰਵਿਦਾਸ ਜੀ ਦੀ ਜਯੰਤੀ ਸੀਗੀ। ਉਸ ਟਾਈਮ ਤੇ ਹੀ ਜੋ ਹੈ ਆਦਮਪੁਰ 에ਅਰਪੋਰਟ ਦਾ ਨਾਮ ਚੇਂਜ ਕੀਤਾ ਗਿਆ, ਠੀਕ ਹੈ ਜੀ। ਐਂਡ ਉਸੇ ਟਾਈਮ ਤੇ ਜੋ ਹੈ ਇਹਨਾਂ ਨੇ ਵਿਜ਼ਿਟ ਕੀਤਾ ਡੇਰਾ ਸੱਚਖੰਡ ਬਲਾਨ, ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਇੰਟਰਾਵੈਨਸ ਲਿਪਿਡ ਇਮਲਸ਼ਨ। ਇੰਟਰਾਵੈਨਸ ਲਿਪਿਡ ਇਮਲਸ਼ਨ ਜੋ ਹੈਗਾ ਇੱਕ ਡਾਕਟਰਸ ਦੀ ਜੋ ਟੀਮ ਹੈ PGI ਦੇ ਵਿੱਚ ਚੰਡੀਗੜ੍ਹ ਦੇ ਵਿੱਚ, ਇਹਨਾਂ ਨੇ ਇੱਕ ਬ੍ਰੇਕ ਥਰੂ ਹਾਸਿਲ ਕੀਤਾ ਹੈਗਾ ਇਨ ਦਾ ਟ੍ਰੀਟਮੈਂਟ ਆਫ ਐਲੂਮੀਨੀਅਮ ਫੋਸਫਾਈਡ, ਠੀਕ ਹੈ। ਇਹਨੂੰ ਐਲੂਮੀਨੀਅਮ ਫੋਸਫਾਈਡ ਨੂੰ ਆਪਾਂ ਸੈਲਫੋਸ ਵੀ ਕਹਿ ਦਿੰਦੇ ਆ। ਐਂਡ ਇਟ ਇਜ਼ ਵਨ ਆਫ ਦਾ ਡੈਡਲੀਐਸਟ ਫਾਰਮ ਆਫ ਪੋਇਜ਼ਨਿੰਗ, ਠੀਕ ਹੈ ਜੀ। ਪੋਇਜ਼ਨਿੰਗ ਦੀ ਡੈਡਲੀਐਸਟ ਫਾਰਮ ਦੇਖੀ ਜਾਂਦੀ ਹੈ ਖਾਸ ਕਰ ਨਾਰਥ ਇੰਡੀਆ ਦੇ ਵਿੱਚ। ਇਹਦੀ ਟ੍ਰੀਟਮੈਂਟ ਜੋ ਥੈਰੇਪੀ ਹੈ ਉਹਦਾ ਨਾਮ ਹੈਗਾ ਇੰਟਰਾਵੈਨਸ ਲਿਪਿਡ ਇਮਲਸ਼ਨ ਥੈਰੇਪੀ, ਠੀਕ ਹੈ ਜੀ। ਨੈਕਸਟ ਇਜ਼ ਰਿਲੇਟਡ ਟੂ ਡੇ ਹੈ 2 ਫਰਵਰੀ ਨੂੰ ਵਰਲਡ ਵੈਟਲੈਂਡ ਡੇ ਆਪਾਂ ਓਬਜ਼ਰਵ ਕਰਦੇ ਹਾਂ। ਐਂਡ ਇਸ ਵਾਰ ਦੀ ਥੀਮ ਕੀ ਸੀਗੀ? ਵੈਟਲੈਂਡ ਐਂਡ ਟ੍ਰੈਡੀਸ਼ਨਲ ਨੋਲੇਜ ਸੈਲੀਬ੍ਰੇਟਿੰਗ ਕਲਚਰਲ ਹੈਰੀਟੇਜ। Every year 2 February is celebrated as World Wetland Day to recognize the commencement of Ramsar Convention। So basically ਹੋਇਆ ਕੀ ਸੀਗਾ 1971 ਦੇ ਵਿੱਚ 2 ਫਰਵਰੀ ਨੂੰ ਰਾਮਸਰ, ਇਹ ਸਾਈਟ ਹੈਗੀ ਈਰਾਨ ਦੇ ਵਿੱਚ ਇੱਕ ਕਨਵੈਨਸ਼ਨ ਸਾਈਨ ਕੀਤਾ ਗਿਆ ਸੀਗਾ ਵੈਟਲੈਂਡਸ ਨੂੰ ਪ੍ਰੋਟੈਕਟ ਕਰਨ ਲਈ, ਠੀਕ ਹੈ ਜੀ। ਇਸੇ ਲਈ ਜੋ ਹੈ 2 ਫਰਵਰੀ ਨੂੰ ਆਪਾਂ ਹਰ ਸਾਲ ਜੋ ਹੈ ਵਰਲਡ ਵੈਟਲੈਂਡ ਡੇ ਓਬਜ਼ਰਵ ਕਰਦੇ ਹਾਂ। ਐਂਡ ਇੰਡੀਆ ਜੋ ਇਹਦਾ ਫਾਊਂਡਿੰਗ ਮੈਂਬਰ ਨਹੀਂ ਸੀਗਾ, ਇੰਡੀਆ ਨੇ ਬਾਅਦ ਦੇ ਵਿੱਚ 1982 ਦੇ ਵਿੱਚ ਇਸ ਰਾਮਸਰ ਕਨਵੈਨਸ਼ਨ ਨੂੰ ਜੁਆਇਨ ਕੀਤਾ ਸੀਗਾ। ਐਂਡ 2 ਫਰਵਰੀ ਤੋਂ ਪਹਿਲਾਂ ਇੰਡੀਆ ਦੇ ਵਿੱਚ 2 ਵੈਟਲੈਂਡਸ ਨੂੰ ਰਾਮਸਰ ਵੈਟਲੈਂਡਸ ਦੇ ਵਿੱਚ ਐਡ ਕੀਤਾ ਗਿਆ ਗਾ। ਉਹ ਕਿਹੜੇ ਨੇ? ਪਟਨਾ ਬਰਡ ਸੈਂਚੁਰੀ ਇਟਾ ਡਿਸਟ੍ਰਿਕਟ ਦੇ ਵਿੱਚ UP ਦੇ ਵਿੱਚ ਹੈਗਾ, ਇਹ ਫਰੈਸ਼ ਵਾਟਰ ਹੈ। ਉਸ ਤੋਂ ਬਾਅਦ ਚਾਰੀ ਡੰਡ ਹੈਗਾ ਕੱਚ ਡਿਸਟ੍ਰਿਕਟ ਆਫ ਗੁਜਰਾਤ ਦੇ ਵਿੱਚ, ਇਹ ਸੀਜ਼ਨਲ ਸਲੀਨ ਵੈਟਲੈਂਡ ਹੈਗਾ। ਇਹ ਦੋਵੇਂ ਤੁਸੀਂ ਯਾਦ ਰੱਖਣੇ ਨੇ। ਐਂਡ ਇਹ 2 ਐਡੀਸ਼ਨ ਤੋਂ ਬਾਅਦ ਹੁਣ ਜੋ ਟੋਟਲ ਰਾਮਸਰ ਵੈਟਲੈਂਡਸ ਇੰਡੀਆ ਦੇ ਵਿੱਚ ਹੈਗੇ ਨੇ ਉਹ ਹੈਗੇ 98, ਇਹ ਵੀ ਤੁਸੀਂ ਯਾਦ ਰੱਖਣੇ ਹੈ। ਇਸ ਤੋਂ ਇਲਾਵਾ ਜੋ ਇਹਨਾਂ ਤੋਂ ਪਹਿਲਾਂ ਐਡ ਹੋਏ ਸੀਗੇ 95th ਐਂਡ 96th ਰਾਮਸਰ ਸਾਈਟ, ਉਹ ਵੀ ਤੁਸੀਂ ਯਾਦ ਰੱਖਣੀ ਹੈ। ਸਿਲੀਸਰ ਲੇਕ ਇਨ ਅਲਵਰ ਰਾਜਸਥਾਨ ਦੇ ਵਿੱਚ ਐਂਡ ਕੋਪਰਾ ਜਲਾਸ਼य ਇਨ ਛੱਤੀਸਗੜ੍ਹ ਦੇ ਵਿੱਚ। ਕਾਫੀ ਇੰਪੋਰਟੈਂਟ ਨਿਊਜ਼ ਆਪਣੇ ਲਈ ਸੀਗੀ, ਠੀਕ ਹੈ ਜੀ। ਇਸ ਤੋਂ ਬਾਅਦ ਇਸੇ ਦਿਨ ਬੇੜਾ ਬਿਆਸ ਯਾਤਰਾ ਜੋ ਹੈ ਉਹ ਆਰਗੇਨਾਈਜ਼ ਕੀਤੀ ਗਈ। ਇੱਕ ਬੋਟ ਜਰਨੀ ਹੁੰਦੀ ਹੈ ਬੇਸਿਕਲੀ ਪੰਜਾਬ ਦੇ ਹਰੀਕੇ ਪਤਨ ਦੇ ਵਿੱਚ। ਹਰੀਕੇ ਪਤਨ ਜੋ ਹੈ ਉਹ ਮੈਨ ਮੇਡ ਵੈਟਲੈਂਡ ਹੈਗਾ, ਠੀਕ ਹੈ, ਤੁਸੀਂ ਯਾਦ ਰੱਖਣਾ ਹੈ। ਸੋ ਇੱਥੇ ਜੋ ਹੈ ਬੇੜਾ ਬਿਆਸ ਯਾਤਰਾ ਜੋ ਹੈ ਆਰਗੇਨਾਈਜ਼ ਕੀਤੀ ਗਈ ਸੀਗੀ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋ ਕਿ ਜੋ ਹਰੀਕੇ ਪਤਨ ਹੈ ਉਹ ਕਿਹੜੀ 2 ਰਿਵਰ ਦੇ ਕਨਫਲੂਐਂਸ ਤੇ ਹੈਗਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ AI ਇਨੇਬਲਡ ਇੰਟਰੂਜਨ ਡਿਟੈਕਸ਼ਨ ਸਿਸਟਮ। ਇਹ ਸਿਸਟਮ ਦਾ ਪਰਪਸ ਤੁਸੀਂ ਯਾਦ ਰੱਖਣਾਗਾ ਕਿ ਜੋ ਐਲੀਫੈਂਟਸ ਜਦੋਂ ਰੇਲਵੇ ਟਰੈਕਸ ਨੂੰ ਕ੍ਰੋਸ ਕਰਦੇ ਆ ਤਾਂ ਉਹਨਾਂ ਦੀ ਜੋ ਡੈਥ ਹੋ ਜਾਂਦੀ ਐਕਸੀਡੈਂਟ ਕਰਕੇ, ਇਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਜੋ ਹੈ ਇਹ ਸਿਸਟਮ ਲੈ ਕੇ ਆਇਆ ਗਿਆ। ਉਸ ਤੋਂ ਬਾਅਦ ਗੁਰੂ ਰਵਿਦਾਸ ਜੀ ਦੀ ਜਯੰਤੀ ਸੀਗੀ, ਸੋ ਇਹਨਾਂ ਬਾਰੇ ਥੋੜਾ ਆਪਾਂ ਦੇਖ ਲੈਂਦੇ ਹਾਂ। 1 ਫਰਵਰੀ ਨੂੰ ਇਹਨਾਂ ਦੀ ਜਯੰਤੀ ਸੀਗੀ, ठीक है। कौन सी है? गुरु रविदास जी, इंडियन मिस्टिक पोइट संत ऑफ द भक्ति मूवमेंट ड्यूरिंग द 15th सेंचुरी, ठीक है जी। भक्ति मूवमेंट ਦੇ ਸੰਤ ਸੀਗੇ, ਠੀਕ ਹੈ ਜੀ। ਪੋਇਟ ਸੀਗੇ, ਸੋਸ਼ਲ ਰਿਫੋਰਮਰ ਸੀਗੇ ਜੋ ਕਿ ਕਾਸਟ ਦੇ ਅਗੇਂਸਟ ਸੀਗੇ, ਜੋ ਕਾਸਟ ਡਿਸਕ੍ਰਿਮੀਨੇਸ਼ਨ ਹੋ ਰਿਹਾ ਸੀਗਾ ਉਹਨਾਂ ਦੇ ਅਗੇਂਸਟ ਇਹਨਾਂ ਨੇ ਆਪਣੀ ਆਵਾਜ਼ ਉਠਾਈ ਸੀਗੀ। ਸਪਿਰਿਚੁਅਲ ਫਿਗਰ ਸੀਗੇ ਜਿਨ੍ਹਾਂ ਦਾ ਜਨਮ ਕਿੱਥੇ ਹੋਇਆ ਸੀਗਾ? ਅੱਜ ਦੇ ਵਾਰਾਣਸੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਠੀਕ ਹੈ ਜੀ। ਗੁਰੂ ਰਵਿਦਾਸ ਦੀ ਜੋ ਜਯੰਤੀ ਹੈਗੀ ਆ ਉਹ ਫੁੱਲ ਮੂਨ ਡੇ ਯਾਨੀ ਕਿ ਪੂਰਨਿਮਾ ਨੂੰ, ਮਾਘ ਮੰਥ ਦੀ ਪੂਰਨਿਮਾ ਨੂੰ ਜੋ ਹੈ ਉਹ ਸੈਲੀਬ੍ਰੇਟ ਕੀਤੀ ਜਾਂਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਇਹਨਾਂ ਦੇ ਜੋ ਵਰਸਿਸ ਹੈਗੇ ਆ ਉਹ ਆਪਣੇ ਸਿੱਖ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪਾਂ ਨੂੰ ਵੇਖਣ ਨੂੰ ਮਿਲਦੇ ਆ। ਜੇ ਕੋਈ ਮੈਨੂੰ ਦੱਸ ਸਕਦਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕਿ ਟੋਟਲ ਇਹਨਾਂ ਦੇ ਕਿੰਨੀ ਕਲੈਕਸ਼ਨਸ ਹੈਗੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਠੀਕ ਹੈ ਜੀ। ਇੱਕ ਹਿੰਦੂ ਸਕ੍ਰਿਪਚਰ ਹੈਗਾ ਪੰਚਵਾਨੀ ਟੈਕਸਟ ਆਫ ਦਦੂ ਪੰਥੀ ਟ੍ਰੈਡੀਸ਼ਨ, ਇਹਨਾਂ ਦੇ ਵਿੱਚ ਵੀ ਜੋ ਇਹਨਾਂ ਦੇ ਡਿਵੋਸ਼ਨਲ ਵਰਸਿਸ ਆਪਾਂ ਨੂੰ ਵੇਖਣ ਨੂੰ ਮਿਲਦੇ ਆ। ਇਸ ਤੋਂ ਬਾਅਦ ਇਹਨਾਂ ਦੀ ਜੋ ਫਿਲੋਸਫੀ ਸੀਗੀ ਉਹ ਨਿਰਗੁਣ ਫਿਲੋਸਫੀ ਸੀਗੀ, ਜੋ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਸੀਗੀ ਕਿ ਜੋ ਡਿਵਾਈਨ ਆਪਣਾ ਹੈਗਾ, ਜੋ ਸੁਪਰ ਪਾਵਰ ਆਪਣੇ ਹੈਗੇ, ਜੋ ਗੋਡ ਹੈ ਉਹ ਨਿਰਗੁਣ ਹੈਗੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦਾ ਵਿਜ਼ਨ ਸੀਗਾ ਬੇਗਮਪੁਰਾ ਦਾ। ਬੇਗਮਪੁਰਾ ਮਤਲਬ ਕਿ ਇੱਕ ਸੋਸਾਇਟੀ ਜਿਹਦੇ ਵਿੱਚ ਕੋਈ ਸੋਰੋ ਨਹੀਂ ਹੈਗਾ, ਕੋਈ ਭੇਦਭਾਵ ਨਹੀਂ ਹੈਗਾ, ਕੋਈ ਡੈਪਰੀਵੇਸ਼ਨ ਨਹੀਂ ਹੈਗਾ, ਠੀਕ ਹੈ। ਇਹ ਇਹਨਾਂ ਦਾ ਵਿਜ਼ਨ ਸੀਗਾ ਗੁਰੂ ਰਵਿਦਾਸ ਜੀ ਦਾ। ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਹਰਿਆਣਾ ਡਿਫੀਟਸ ਦਿੱਲੀ ਟੂ ਵਿਨ ਪ੍ਰੋ ਰੈਸਲਿੰਗ ਲੀਗ 2026। ਜੋ ਪ੍ਰੋ ਰੈਸਲਿੰਗ ਲੀਗ ਚੱਲ ਰਹੀ ਸੀ ਉਹਦੇ ਵਿੱਚ ਹਰਿਆਣਾ ਜੋ ਹੈ ਉਹ ਜਿੱਤਿਆਗਾ ਦਿੱਲੀ ਨੂੰ ਹਰਾ ਕੇ। ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਦੇਵਿਕਾ ਸਿਹਾਗ ਵਿਨਸ ਮੈਡਨ BWF Super 300 title at Thailand Master, ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਐਂਡ ਸ਼ੀ ਬਿਕੇਮ ਓਨਲੀ ਦ 3rd ਇੰਡੀਅਨ ਵੂਮਨ ਸਿੰਗਲ ਪਲੇਅਰ ਟੂ ਵਿਨ ਅ ਵਰਲਡ ਟੂਰ 300 title after PV ਸਿੰਧੂ ਐਂਡ ਸਾਇਨਾ ਨੇਹਵਾਲ, ਠੀਕ ਹੈ ਜੀ। ਦੇਵਿਕਾ ਸਿਹਾਗ
ਉਹ ਸਪੋਰਟਸ ਤੋਂ ਬਿਲੋਂਗ ਕਰਦੇ ਨੇ ਐਂਡ ਕਿਹੜੀ ਕੈਟਾਗਰੀ ਦੇ ਵਿੱਚ ਬਿਲੋਂਗ ਕਰਦੇ ਨੇ, ਸੋ ਬੈਡਮਿੰਟਨ ਕੈਟਾਗਰੀ ਦੇ ਵਿੱਚ ਬਿਲੋਂਗ ਕਰਦੇ ਨੇ, ਠੀਕ ਹੈ। ਨੈਕਸਟ ਇਜ਼ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਰਿਲੀਜ਼ਸ ਬੁੱਕ ਔਨ ਆਕਾਸ਼, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਜੋ ਆਕਾਸ਼ ਬੁੱਕ ਹੈਗੀ ਹੈ ਇਹ ਅਥਰ ਕਿਹਨੇ ਕੀਤੀ ਹੈ, ਇਹ ਅਥਰ ਕੀਤੀ ਹੈ ਜੀ ਚੰਦਰਮੌਲੀ ਨੇ, ਠੀਕ ਹੈ। ਐਂਡ ਜੀ ਚੰਦਰਮੌਲੀ ਨੂੰ ਜੋ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਗਿਆ ਇਸ ਵਾਰ 2026 ਦਾ ਇਨ ਸਾਇੰਸ ਐਂਡ ਇੰਜੀਨੀਅਰਿੰਗ ਕੈਟੇਗਰੀ ਦੇ ਵਿੱਚ। ਐਂਡ ਆਕਾਸ਼ ਆਪਣੀ ਜੋ ਹੈ ਫਸਟ ਇੰਡੀਜੀਨਸ ਸੁਪਰਸੋਨਿਕ ਮਲਟੀ ਟਾਰਗੇਟ ਸਰਫੇਸ ਟੂ 에ਅਰ ਮਿਸਾਈਲ ਸਿਸਟਮ, ਇਹ ਕਾਫੀ ਇੰਪੋਰਟੈਂਟ ਨਿਊਜ਼ ਆਪਣੀ ਹੈਗੀ ਹੈ। ਫਸਟ ਇੰਡੀਜੀਨਸ ਦਾ ਮਤਲਬ ਹੁੰਦਾ ਕਿ ਜੋ ਇੰਡੀਆ ਨੇ ਖੁਦ ਬਣਾਈ ਹੈ, ਬਾਹਰ ਤੋਂ ਨਹੀਂ ਲਈਗੀ, ਠੀਕ ਹੈ। ਸੁਪਰਸੋਨਿਕ ਮਲਟੀ ਟਾਰਗੇਟ ਐਂਡ ਇਟ ਇਜ਼ ਸਰਫੇਸ ਟੂ 에ਅਰ, ਮਤਲਬ ਸਰਫੇਸ ਤੋਂ 에ਅਰ ਦੇ ਵਿੱਚ ਟਾਰਗੇਟ ਕਰਦੀ ਹੈ, ਠੀਕ ਹੈ। ਨੈਕਸਟ ਇਜ਼ 5th ਰਸੋਮਾ ਔਰੇਂਜ ਫੈਸਟੀਵਲ, ਇਹ ਨਾਗਾਲੈਂਡ ਦੇ ਵਿੱਚ ਮਨਾਇਆ ਗਿਆ। ਕੁਝ ਵਨ ਲਾਈਨਰ ਨਿਊਜ਼ ਆਪਣੀ ਆ ਜਾਂਦੀ ਹੈ ਹੁਣ। ਗੁਜਰਾਤ ਲਾਂਚਸ ਮੁੱਖ ਮੰਤਰੀ ਗ੍ਰਾਮ ਉਥਾਨ ਯੋਜਨਾ, ਕਈ ਵਾਰ ਕੁਐਸਚਨ ਆ ਜਾਂਦੇ ਆ ਯੋਜਨਾ ਨੂੰ ਲੈ ਕੇ ਕਿ ਯੋਜਨਾ ਕਿਹੜੀ ਸਟੇਟ ਦੀ ਹੈਗੀ ਹੈ, ਸੋ ਆਪਾਂ ਨੂੰ ਯਾਦ ਹੋਣੀ ਚਾਹੀਦੀ ਆ। ਨੈਕਸਟ ਇਜ਼ यूपी मेक्स आधार ऑथेंटिकेशन मैंडेटरी फॉर प्रॉपर्टी रजिस्ट्रेशन फ्रॉम Feb 1 2026। सो क्वेश्चन इस तरीके तो फ्रेम हो सकता है कि केड़ी स्टेट ने आधार ऑथेंटिकेशन जरूरी करता है प्रॉपर्टी रजिस्ट्रेशन लिए, सो आंसर वुड बी यूपी। नैक्सट इज़ विंग्स इंडिया 2026 अवार्ड अनाउंस किए गए हैं। सो ये जो दिल्ली इंटरनेशनल एयरपोर्ट हैगा इनू बेस्ट एयरपोर्ट ऑफ ईयर का अवार्ड दिता गया। एंड कैंपेगौड़ा इंटरनेशनल एयरपोर्ट जो कि बेंगलोर के हैगा इनू बेस्ट अवार्ड दिता गया इन द कैटेगरी ऑफ हैंडलिंग ओवर 25 मिलियन पैसेंजर्स एनुअली, ठीक है जी। उस तो बाद एयरपोर्ट अथॉरिटी ऑफ इंडिया नू इनोवेशन चैंपियन का अवार्ड दिता गया। एंड दिल्ली इंटरनेशनल एयरपोर्ट नू सस्टेनेबिलिटी चैंपियन अवार्ड दिता गया। इस तो अलावा स्टेट्स कैटेगरी दे विच आंध्र प्रदेश नू बेस्ट स्टेट का अवार्ड दिता गया। एंड द अवार्ड फॉर बेस्ट स्टेट फॉर प्रमोशन ऑफ एविएशन इकोसिस्टम वो जॉइंटली दिता गया तेलंगाना, उत्तराखंड एंड गुजरात नू। इस तो अलावा असम वोन दी अवार्ड फॉर मोस्ट प्रोएक्टिव स्टेट अंडर उड़ान प्रायोरिटी एरियाज। कर्नाटका एंड महाराष्ट्र वर रिकगनाइज एज स्टेट चैंपियंस इन एविएशन। सो ये कुछ कैटेगरीज है जो तुसी याद रखनी है, खास कर तुसी बेस्ट एयरपोर्ट ऑफ द ईयर एंड सैकेंड कैटेगरी जरूर याद रखनी है। नैक्सट न्यूज़ इज़ रिलेटेड टू हरियाणा। 39th सूरजकुंड फैसटीवल फरीदाबाद दे विच जो है वो शुरू होगा। ये थीम होगी इस बार लोकल टू ग्लोबल आत्मनिर्भर भारत। ये थीम स्टेट होगी जो हरियाणा के एग्जाम्स होंगे है वो एक क्वेश्चन इतों जरूर फ्रेम होंगे कि इस बार का जो सूरजकुंड फैसटीवल से थीम स्टेट केड़ी सी, पार्टनर कंट्री केड़ी सी। सो ये तुसीं याद रखने यूपी एंड मेघालय जो थीम स्टेट सी, पार्टनर कंट्री सी इजिप्ट। एंड इसे टाइम पे जो है मेला साथी ऐप जो लॉन्च की कि बाई वाइस प्रेजिडेंट CP राधाकृष्णन जी ने। उस तो बाद हानले डार्क स्काई। सो लद्दाख दे विच काफ़ी रेयर फिनोमना आपां नूं वेखण नूं मिलेगा कि जो स्काई सीगा वो काफ़ी पिंकिश जो है दिखाई दिया। एंड साइंटिस्ट जो थोड़े जे कंसर्न हैगे इस चीज़ नूं लैके, बस उसे इन्ना याद रखना कि हानले जो ऑबजरवेटरी अपनी हैगी है या फिर स्काई रिजर्व कित्थे है वो लद्दाख दे विच हैगा। नैक्सट इज़ काफ़ी इंपॉर्टेंट न्यूज़ अपनी आती है मैंस्ट्रुअल हैल्थ अ फंडामेंटल राइट अंडर आर्टिकल 21। सो सुप्रीम कोर्ट ने डॉक्टर जया ठाकुर वर्सेस गवर्नमेंट ऑफ इंडिया केस दे विच एक लैंडमार्क पास की है जिहदे विच जो मैंस्ट्रुअल हैल्थ जो लेडीज़ नू पीरियड्स आते हैं उन्होंने फंडामेंटल राइट डिक्लेयर किया अंडर आर्टिकल 21। एंड ये कहा गया कि जो स्कूल्स हैगे है वो गर्ल्स नू सैनिटरी पैड्स जो है वो प्रोवाइड कराउणगे, ठीक है। नैक्सट इज़ अग्नि परीक्षा जॉइंट एक्सरसाइज इन अरुणाचल प्रदेश। सो अग्नि परीक्षा कित्थे चल रही है जी, अरुणाचल प्रदेश के चल रही है। किदे हैगी इंडियन आर्मी ते ITBP दे विच एक्सरसाइज चल रही है। नैक्सट इज़ द थर्ड एडिशन ऑफ ट्राई सर्विसेज फ्यूचर वारफेयर कोर्स बिगेन इन न्यू दिल्ली। वन लाइनर न्यूज़ है, तुसीं याद रखना गा। प्रेजिडेंट द्रौपदी मुर्मू अटेंड्स द ओपनिंग ऑफ द अमृत उद्यान विंटर एनुअल एडिशन 2026 इन राष्ट्रपति भवन। सो बेसिकली राष्ट्रपति भवन के विच जो है वो एक काइंड ऑफ गार्डन हैगा जिसका इनैगोरेशन किया गया इन्होंने द्रौपदी मुर्मू जी ने। नैक्सट इज़ जैपोटेक सिविलाइजेशन न्यूज़ दे विच सीगा। जैपोटेक सिविलाइजेशन जिवें आपां इंडस वैली सिविलाइजेशन होगी बाकी सिविलाइजेशन जो होंदी है ये रिमेन्स मिले हैं किहड़ी कंट्री दे विच मिले हैं वो इंपोर्टेंट है। सो मैक्सीको तो रिलेटेड है जैपोटेक सिविलाइजेशन, ठीक है, ये तुसीं याद रखना है। नैक्सट इज़ रिव्यू ऑफ रिफ्यूजी, ये बुक हैगी है स्टोरीज ऑफ वार एंड लव कि इन्होंने लिखी है संधि सिंह ने लिखी है, ये भी तुसीं याद रखना है। नैक्सट इज़ 6th नैशनल क्रॉप न्यूट्रिशन समिट 2026, ठीक है जी। सब तो पहला कि इन्होंने ऑर्गेनाइज की है ये IMMA ने, ये फुल फॉर्म हैगी इंडियन माइक्रो फर्टिलाइजर्स मैन्युफैक्चरर एसोसीएशन, ठीक है जी। इन्होंने 6th नैशनल क्रॉप न्यूट्रिशन समिट एंड B2B एक्सपो
ਇਹ ਹੋਸਟ ਕੀਤਾ ਸੀਗਾ ਐਂਡ ਕਿੱਥੇ ਹੋਸਟ ਕੀਤਾ ਸੀਗਾ ਮੁੰਬਈ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਥੀਮ ਇਹਦੀ ਸੀਗੀ ਕਨਵਰਜ, ਕੋਲੈਬੋਰੇਟ ਐਂਡ ਕੋ-ਕ੍ਰੀਏਟ। ਨੈਕਸਟ ਨਿਊਜ਼ ਇਜ਼ ਇੰਡੀਆਜ਼ ਫਰਸਟ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਅੰਬੇਡਕਰ ਐਡਵੋਕੇਟ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਕਿੱਥੇ ਇਨੈਗੋਰੇਟ ਕੀਤਾ ਗਿਆ ਨਵੀਂ ਮੁੰਬਈ ਦੇ ਵਿੱਚ। ਸੋ ਬੇਸਿਕਲੀ ਜੋ ਐਡਵੋਕੇਟਸ ਹੈ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਤੇ ਇਸ ਫੀਲਡ ਐਡਵੋਕੇਸੀ ਫੀਲਡ ਦੇ ਵਿੱਚ ਰਿਸਰਚ ਕਰਨ ਲਈ ਜੋ ਹੈ ਸੈਂਟਰ ਓਪਨ ਕੀਤਾ ਗਿਆ ਨਵੀਂ ਮੁੰਬਈ ਦੇ ਵਿੱਚ। ਨੈਕਸਟ ਇਜ਼ ਰਿਲੇਟਿਡ ਟੂ ਡੇਜ਼ ਹੈ 1 ਫੈਬਰਰੀ ਨੂੰ ਇੰਡੀਅਨ ਕੋਸਟ ਗਾਰਡ ਡੇ ਜੋ ਹੈ ਸੈਲੀਬ੍ਰੇਟ ਕੀਤਾ ਜਾਂਦਾ ਗਾ ਕਿਉਂਕਿ ਇਸੇ ਦਿਨ 1 ਫੈਬਰਰੀ 1977 ਨੂੰ ਜੋ ਹੈ ਇਹ ਇੰਡੀਅਨ ਕੋਸਟ ਗਾਰਡ ਜੋ ਬਣਾਇਆ ਗਿਆ ਸੀਗਾ ਐਂਡ ਇਹਦਾ ਪਰਪਸ ਕੀ ਹੁੰਦਾ ਹੈ ਜੋ ਇੰਡੀਅਨ ਵਾਟਰਸ ਹੈ ਇਹਦੀ ਸਰਵੇਲੈਂਸ ਕਰਨਾ ਐਂਡ ਐਕਸਕਲੂਸਿਵ ਇਕਨੋਮਿਕ ਜ਼ੋਨਸ ਨੂੰ ਪ੍ਰੀਵੈਂਟ ਕਰਨਾ ਫॉर ਸਮਗਲਿੰਗ, ਜੋ ਗੁੱਡ ਸਮਗਲਿੰਗ ਹੁੰਦੀ ਹੈ ਉਹਦੇ ਲਈ ਪ੍ਰੀਵੈਂਟ ਕਰਨਾ। ਠੀਕ ਹੈ ਜੀ, ਇਹਦਾ ਮੋਟੋ ਕੀ ਹੈਗਾ ਵਿਆਮ ਰਕਸ਼ਮਾ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਇਜ਼ 1 to 7 ਫੈਬਰਰੀ ਨੂੰ ਵਰਲਡ ਇੰਟਰਫੇਥ ਹਾਰਮਨੀ ਵੀਕ ਜੋ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ ਐਂਡ ਇਹ ਪ੍ਰਪੋਜ਼ ਕਿਹਨੇ ਕੀਤਾ ਸੀਗਾ ਇਹ ਵੀਕ ਕਿੰਗ ਅਬਦੁੱਲਾ ਸੀਗੇ ਜੋਰਡਨ ਦੇ 2010 ਦੇ ਵਿੱਚ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ। ਇਹਦਾ ਮਤਲਬ ਕੀ ਹੈਗਾ ਇੰਟਰਫੇਥ ਹਾਰਮਨੀ ਕਿ ਜੋ ਆਪਣੇ ਇੰਟਰ ਰਿਲੀਜਨ ਹੈ ਜਿਵੇਂ ਸਿੱਖ ਹੋ ਗਿਆ, ਹਿੰਦੂ ਹੋ ਗਿਆ, ਇਹਨਾਂ ਦੇ ਵਿੱਚ ਹਾਰਮਨੀ ਬਣੀ ਰਹੇ, ਪੀਸ ਬਣੀ ਰਹੇ, ਉਹਦੇ ਲਈ ਇਹ ਵੀਕ ਜੋ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ। ਨੈਕਸਟ ਇਜ਼ 30 ਜਨਵਰੀ ਵਰਲਡ ਲੈਪਰੋਸੀ ਡੇ ਜੋ ਮਨਾਇਆ ਗਿਆ ਸੀਗਾ ਐਂਡ ਇਹ ਜੋ ਬੇਸਿਕਲੀ ਜੋ ਡੇਜ਼ ਮਨਾਉਂਦੇ ਜਿਵੇਂ ਕਿ ਕੈਂਸਰ ਡੇ ਹੋ ਗਿਆ, ਲੈਪਰੋਸੀ ਡੇ ਹੋ ਗਿਆ, ਇਹਨਾਂ ਦਾ ਪਰਪਸ ਕੀ ਹੁੰਦਾ ਹੈ ਕਿ ਜੋ ਵੀ ਡਿਸੀਜ਼ ਹੈ ਉਹਨੂੰ ਰਿਕਗਨਾਈਜ਼ ਕਰਨ ਲਈ ਉਹਦੇ ਲਈ ਅਵੇਅਰਨੈਸ ਜੋ ਹੈ ਲੋਕਾਂ ਦੇ ਵਿੱਚ ਲਿਆਉਣ ਲਈ ਜੋ ਹੈ ਡੇ ਸੈਲੀਬ੍ਰੇਟ ਕੀਤੇ ਜਾਂਦੇ ਨੇ। ਸੋ ਲੈਪਰੋਸੀ ਜੋ ਹੈ ਇਹਨੂੰ ਹੈਂਸਨ ਡਿਜ਼ੀਜ਼ ਵੀ ਕਿਹਾ ਜਾਂਦਾ ਗਾ। ਠੀਕ ਹੈ ਜੀ, ਇਹ ਬੈਕਟੀਰੀਆ ਤੋਂ ਹੁੰਦੀ ਹੈ, ਬੈਕਟੀਰੀਆ ਦਾ ਨਾਮ ਕੀ ਹੈਗਾ ਮਾਈਕੋਬੈਕਟੀਰੀਅਮ ਲੈਪਰੇ। ਇਹ ਕਿਹਨੂੰ ਅਫੈਕਟ ਕਰਦੀ ਹੈ ਸਕਿਨ ਨੂੰ, ਪੈਰੀਫੈਰਲ ਨਰਵਸ ਨੂੰ, ਬਿਕੋਜ਼ ਆਫ ਅਪਰ ਰੈਸਪੀਰੇਟਰੀ ਟਰੈਕਟ ਐਂਡ ਆਈਜ਼ ਨੂੰ ਜੋ ਹੈ ਇਹ ਡਿਜ਼ੀਜ਼ ਅਫੈਕਟ ਕਰਦੀ ਹੈ। ਇਹਨੂੰ ਕਲਾਸੀਫਾਈ ਕੀਤਾ ਗਿਆ ਐਜ਼ ਅ ਨੈਗਲੈਕਟਡ ਟ੍ਰੋਪੀਕਲ ਡਿਜ਼ੀਜ਼ ਇਹਨੂੰ ਜੋ ਹੈ ਕਿਉਂਕਿ ਕਾਫੀ ਲੰਬੇ ਟਾਈਮ ਤੱਕ ਇਸ ਡਿਜ਼ੀਜ਼ ਦੇ ਜੋ ਕੋਈ ਸਿੰਪਟਮਸ ਨਹੀਂ ਆਉਂਦੇਗੇ। ਠੀਕ ਹੈ, ਉਸ ਤੋਂ ਬਾਅਦ ਇੰਡੀਆ ਅਚੀਵਸ ਦ ਐਲੀਮੀਨੇਸ਼ਨ ਆਫ ਲੈਪਰੋਸੀ ਐਜ਼ ਅ ਪਬਲਿਕ ਹੈਲਥ ਪ੍ਰੋਬਲਮ ਐਟ ਦ ਨੈਸ਼ਨਲ ਲੈਵਲ ਇਨ ਦਸੰਬਰ 2005 ਦੇ ਵਿੱਚ ਇੰਡੀਆ ਨੇ ਐਲੀਮੀਨੇਸ਼ਨ ਆਫ ਲੈਪਰੋਸੀ ਜੋ ਹੈ ਅਚੀਵ ਕਰ ਲਈ ਸੀਗੀ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਇਜ਼ ਨੂੰਬੀਓਜ਼ ਕੋਸਟ ਆਫ ਲਿਵਿੰਗ ਇੰਡੈਕਸ ਬਾਈ ਸਿਟੀ ਜੋ ਹੈ ਅਨਾਊਂਸ ਕੀਤੇ ਗਏ ਜਿਹਦੇ ਵਿੱਚ ਜ਼ੂਰਿਕ ਸਵਿਟਜ਼ਰਲੈਂਡ ਦੇ ਵਿੱਚ ਜੋ ਹੈਗੀ ਹੈ ਇਹਨੂੰ ਮੋਸਟ ਐਕਸਪੈਂਸਿਵ ਸਿਟੀ ਜੋ ਹੈ ਉਹ ਡਿਕਲੇਅਰ ਕੀਤਾ ਗਿਆ ਗਾ ਫੋਲੋਡ ਬਾਈ ਜੈਨੇਵਾ, ਬੈਸਲ ਐਂਡ ਬਰਨ। ਠੀਕ ਹੈ ਜੀ, ਇੰਡੀਆ ਦੀ ਕੁਝ ਸਿਟੀਜ਼ ਵੀ ਇਸ ਲਿਸਟ ਦੇ ਵਿੱਚ ਆਈਆਂ ਨੇ ਇੰਦੌਰ, ਭੋਪਾਲ ਐਂਡ ਪਟਨਾ ਜਿਨ੍ਹਾਂ ਦੇ ਰੈਂਕ ਤੁਸੀਂ ਦੇਖ ਸਕਦੇ ਹੋ 477, 473 ਐਂਡ 470 ਰਹੇ ਨੇ ਇਨ ਟਰਮਸ ਆਫ ਲਿਵਿੰਗ ਇੰਡੈਕਸ, ਕੋਸਟ ਆਫ ਲਿਵਿੰਗ ਇੰਡੈਕਸ ਕਿ ਕੋਈ ਸਿਟੀ ਕਿੰਨੀ ਮਹਿੰਗੀ ਹੈ। ਸੋ ਜ਼ੂਰਿਚ ਸਵਿਟਜ਼ਰਲੈਂਡ ਦੇ ਵਿੱਚ ਜੋ ਸਿਟੀ ਹੈਗੀ ਆ ਉਹ ਸਭ ਤੋਂ ਮਹਿੰਗੀ ਹੈਗੀ ਆ ਠੀਕ ਹੈ ਰਹਿਣ ਲਈ। ਨੈਕਸਟ ਇਜ਼ ਥਾਈਪੁਜ਼ਮ ਫੈਸਟੀਵਲ ਜੋ ਹੈ ਉਹ ਤਮਿਲਨਾਡੂ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਐਂਡ ਇਹ ਸੈਲੀਬ੍ਰੇਟ ਕਿਉਂ ਕੀਤਾ ਜਾਂਦਾ ਹੈਗਾ ਟੂ ਓਨਰ ਲੋਰਡ ਮੁਰੂਗਨ। ਠੀਕ ਹੈ ਜੀ, ਨੈਕਸਟ ਇਜ਼ ਪਾਥਰਾ। ਪਾਥਰਾ ਇਹਨੂੰ ਓਡੀਆ ਦੇ ਵਿੱਚ, ਓਡੀਆ ਭਾਸ਼ਾ ਦੇ ਵਿੱਚ ਇਹਨੂੰ ਖੋਨੀ ਕਹਿੰਦੇ ਆ। ਇਹਦਾ ਇਹ ਕੀ ਸੀਗਾ ਪਾਥਰਾ ਪ੍ਰੈਕਟਿਸ ਕੀ ਸੀਗੀ, ਇੱਕ ਟ੍ਰੈਡੀਸ਼ਨਲ ਅੰਡਰਗਰਾਊਂਡ ਗ੍ਰੇਨ ਸਟੋਰੇਜ ਪਿਟ ਸੀਗੀ ਜੋ ਆਂਧਰ ਪ੍ਰਦੇਸ਼ ਦੇ ਵਿੱਚ ਇਸ ਪ੍ਰੈਕਟਿਸ ਨੂੰ ਫੋਲੋ ਕੀਤਾ ਜਾਂਦਾ ਸੀਗਾ। ਸੋ ਬੇਸਿਕਲੀ ਜਦੋਂ ਆਪਣੇ ਸਟੋਰੇਜ ਸਿਸਟਮ ਇੰਨੇ ਜ਼ਿਆਦਾ ਡਿਵੈਲਪ ਨਹੀਂ ਸੀਗੇ ਸੋ ਲੋਕਲਸ ਕੀ ਕਰਦੇ ਸੀਗੇ ਅੰਡਰਗਰਾਊਂਡ ਪਿਟ ਬਣਾ ਕੇ ਉਹਦੇ ਵਿੱਚ ਆਪਣੇ ਜੋ ਗ੍ਰੇਨਸ ਹੁੰਦੇ ਆ ਉਹਨੂੰ ਸਟੋਰ ਕਰਦੇ ਸੀਗੇ। ਠੀਕ ਹੈ ਜੀ, ਆਂਧਰ ਪ੍ਰਦੇਸ਼ ਦੇ ਵਿੱਚ ਪ੍ਰੈਕਟਿਸ ਨੂੰ ਫੋਲੋ ਕੀਤਾ ਜਾਂਦਾ ਸੀਗਾ ਬਟ ਇਹ ਜੋ ਟ੍ਰੈਡੀਸ਼ਨ ਹੈ ਉਹ ਹੁਣ ਜੋ ਵਿਲੁਪਤ ਹੁੰਦਾ ਜਾ ਰਿਹਾ ਹੈਗਾ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਸਟੇਟ ਤੁਸੀਂ ਜ਼ਰੂਰ ਯਾਦ ਰੱਖਣੀ ਹੈ। ਨੈਕਸਟ ਇਜ਼ ਤਕਾਮ ਮਾਈਸਿੰਗ ਪੋਰਿੰਗ ਕੇ ਬਾਮ ਯੂਥ ਫੈਸਟੀਵਲ ਕਿੱਥੇ ਸੈਲੀਬ੍ਰੇਟ ਕੀਤਾ ਗਿਆ ਅਸਾਮ ਦੇ ਵਿੱਚ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਕਾਫੀ ਇੰਪੋਰਟੈਂਟ ਨਿਊਜ਼ ਹੈ ਡੈਮੋ ਟ੍ਰੇਨ। ਡੈਮੋ ਟ੍ਰੇਨ ਇੰਡੀਅਨ ਰੇਲਵੇਜ਼ ਹੈਜ਼ ਸਕਸੈਸਫੁਲੀ ਓਪਰੇਸ਼ਨਲਾਈਜ਼ਡ ਦ ਨੇਸ਼ਨਸ ਫਰਸਟ ਐਵਰ LNG liquefied natural gas diesel dual fuel demo train at ਸਾਬਰਮਤੀ in ਅਹਿਮਦਾਬਾਦ। ਠੀਕ ਹੈ ਜੀ, ਸੋ ਇੰਡੀਅਨ ਰੇਲਵੇਜ਼ ਨੇ ਇੰਡੀਆ ਦੀ ਫਸਟ ਐਵਰ ਜੋ LNG ਡੀਜ਼ਲ ਤੋਂ ਟ੍ਰੇਨ ਚੱਲਦੀ ਹੈ ਠੀਕ ਹੈ ਉਹਨੂੰ ਓਪਰੇਸ਼ਨਲਾਈਜ਼ ਕੀਤਾ ਗਿਆ ਐਂਡ ਕਿੱਥੇ ਕੀਤਾ ਗਾ ਸਾਬਰਮਤੀ ਅਹਿਮਦਾਬਾਦ ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਡਿਜੀਟਲ ਫੂਡ ਕਰੰਸੀ। ਡਿਜੀਟਲ ਫੂਡ ਕਰੰਸੀ ਕੀ ਹੈਗੀ, ਸੋ ਗੌਰਮੈਂਟ ਆਫ ਇੰਡੀਆ ਨੇ ਇੱਕ ਪ੍ਰੋਗਰਾਮ ਲਾਂਚ ਕੀਤਾ ਗਾ ਸੈਂਟਰਲ ਬੈਂਕ ਡਿਜੀਟਲ ਕਰੰਸੀ ਲਈ ਜਿਹਨੂੰ ਡਿਜੀਟਲ ਫੂਡ ਕਰੰਸੀ ਕਿਹਾ ਜਾਂਦਾ ਗਾ ਐਂਡ ਇਹਦੀ ਜੋ ਹੈ RBI ਜੋ ਇਹਦੀ ਰੈਗੂਲੇਟਰੀ ਬੋਡੀ ਹੋਊਗੀ, ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ, ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਇਨ ਕੋਆਰਡੀਨੇਸ਼ਨ ਵਿਦ NPCI ਐਂਡ ਸਟੇਟ ਗੌਰਮੈਂਟ ਜੋ ਇਹਦੀ ਇੰਪਲੀਮੈਂਟਿੰਗ ਅਥਾਰਟੀ ਹੋਣਗੇ। ਠੀਕ ਹੈ, ਇਹ ਜੋ ਇਨੀਸ਼ੀਏਟਿਵ ਹੈਗਾ ਉਹ ਕਿਹੜੀ ਸਟੇਟ ਨੂੰ ਟਾਰਗੇਟ ਕਰ ਰਿਹਾ, ਚੰਡੀਗੜ੍ਹ, ਪੁਡੂਚੇਰੀ,
3 ਡਿਸਟ੍ਰਿਕਟ ਆਫ ਗੁਜਰਾਤ ਟੂ ਸਟ੍ਰੀਮਲਾਈਨ ਦਾ ਵਰਲਡਸ ਲਾਰਜੈਸਟ ਫ੍ਰੀ ਫੂਡ ਸਿਕਿਉਰਿਟੀ ਪ੍ਰੋਗਰਾਮ। ਸੋ ਬੇਸਿਕਲੀ ਕੀ ਹੁੰਦਾ ਸੀਗਾ ਇਸ ਨਿਊਜ਼ ਦੇ ਵਿੱਚ ਕੀ ਹੈਗਾ ਕਿ ਜੋ ਪਹਿਲਾਂ ਗਵਰਨਮੈਂਟ ਸੀਗੀ, ਜੋ BPL ਪਰਿਵਾਰ ਸੀਗੇ, ਉਹਨਾਂ ਦੇ ਅਕਾਊਂਟ ਦੇ ਵਿੱਚ ਡਾਇਰੈਕਟ ਪੈਸੇ ਪਾ ਦਿੰਦੇ ਸੀਗੇ ਰਾਸ਼ਨ ਲਈ, ਠੀਕ ਹੈ। ਸੋ ਉਸ ਚੀਜ਼ ਨੂੰ ਰਿਪਲੇਸ ਕਰਨ ਲਈ ਜੋ ਹੈ ਇਹ ਡਿਜੀਟਲ ਫੂਡ ਕਰੰਸੀ ਆਇਆ, ਬੇਸਿਕਲੀ ਕਾਈਂਡ ਆਫ ਡਿਜੀਟਲ ਕਰੰਸੀ ਹੋਊਗੀ, ਠੀਕ ਹੈ। ਇੰਸਟੈਡ ਆਫ ਫਿਜ਼ੀਕਲ ਗ੍ਰੇਨ ਔਰ ਕੈਸ਼ ਟ੍ਰਾਂਸਫਰ ਜੋ ਬੈਨੀਫਿਸ਼ਰੀਜ਼ ਹੋਣਗੇ ਉਹਨਾਂ ਨੂੰ ਡਿਜੀਟਲ ਟੋਕਨ ਦਿੱਤਾ ਜਾਊਗਾ। ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਆਣਗੇ, ਉਹਨਾਂ ਨੂੰ ਗ੍ਰੇਨਸ ਨਹੀਂ ਦਿੱਤੇ ਜਾਣਗੀਆਂ, ਬਟ ਉਹਨਾਂ ਨੂੰ ਡਿਜੀਟਲ ਟੋਕਨ ਦਿੱਤੇ ਜਾਣਗੇ ਜਿੱਥੇ ਉਹ ਜਿਨ੍ਹਾਂ ਨੂੰ ਦਿਖਾ ਕੇ ਉਹ ਰਾਸ਼ਨ ਸ਼ੋਪ ਤੋਂ ਆਪਣਾ ਰਾਸ਼ਨ ਲੈ ਸਕਦੇ ਆ, ਠੀਕ ਹੈ। ਐਂਡ ਇਹਦਾ ਕਰਨ ਦਾ ਪਰਪਸ ਕੀ ਹੈ ਕਿ ਜੋ ਲੀਕੇजेस ਹੁੰਦੀਆਂ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾਵੇ। ਨੈਕਸਟ ਇਜ਼ ਕਲੰਦਰੀ ਧਮਾਲ, ਇਹ ਨਿਊਜ਼ ਦੇ ਵਿੱਚ ਸੀਗਾ। ਸੋ ਰੈੱਡ ਫੋਰਟ 'ਤੇ ਜੋ ਹੈ ਭਾਰਤ ਪਰਵ 2026 ਜੋ ਹੈ ਉਹ ਚੱਲ ਰਿਹਾ ਸੀਗਾ ਐਂਡ ਉਹਦੇ ਵਿੱਚ ਜੋ ਹੈ ਇਹਦੀ ਪਰਫੋਰਮੈਂਸ ਹੋਈ ਸੀ ਕਲੰਦਰੀ ਧਮਾਲ ਦੀ। ਕਲੰਦਰੀ ਧਮਾਲ ਕੀ ਹੈਗਾ, ਇੱਕ ਟ੍ਰੈਡੀਸ਼ਨਲ ਸੂਫੀ ਫੋਕ ਡਾਂਸ ਹੈਗਾ ਸਿੰਧ ਦਾ ਅਤੇ ਪੰਜਾਬ ਦਾ, ਸੋ ਇਹ ਤੁਸੀਂ ਯਾਦ ਰੱਖਣਾ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਪਰਸੇਵਰੈਂਸ ਰੋਵਰ। ਇਹ ਜੋ ਰੋਵਰ ਹੈਗਾ ਇਹ ਮਾਰਸ 'ਤੇ ਨਾਸਾ ਨੇ ਭੇਜਿਆ ਸੀਗਾ 2020 ਦੇ ਵਿੱਚ ਐਂਡ ਕਿਹੜੀ ਸਾਈਟ ਨੂੰ ਐਕਸਪਲੋਰ ਕਰ ਰਿਹਾ ਸੀਗਾ, ਇਹ ਜ਼ਜ਼ੇਰੋ ਕ੍ਰੇਟਰ ਨੂੰ, ਠੀਕ ਹੈ ਜੀ। ਇਸ ਰਿਲੇਟਡ ਨਿਊਜ਼ ਸੀਗੀ। ਸੋ ਕ੍ਰੇਟਰ ਦਾ ਨਾਮ ਤੁਸੀਂ ਯਾਦ ਰੱਖਣਾ, ਕਿਹੜੇ ਪਲੈਨਟ 'ਤੇ ਸੀਗਾ, ਮਾਰਸ, ਕਿਹਨਾਂ ਨੇ ਭੇਜਿਆ, ਨਾਸਾ ਨੇ। ਕਦੋਂ ਲਾਂਚ ਹੋਇਆ ਸੀਗਾ, 2020 ਦੇ ਵਿੱਚ। ਨੈਕਸਟ ਨਿਊਜ਼ ਇਜ਼ ਇੰਡੀਆ ਟੂ ਹੋਸਟ ਫਸਟ ਗਲੋਬਲ ਬਿਗ ਕੈਟ ਸਮਿਟ। ਸੋ ਜੋ ਆਪਣਾ ਇੰਡੀਆ ਯੂਨੀਅਨ ਬਜਟ ਆਇਆ ਸੀਗਾ ਇਸ ਵਾਰ ਦਾ, ਉਹਦੇ ਵਿੱਚ ਵੀ ਇਹਦਾ ਜ਼ਿਕਰ ਸੀਗਾ 2026 ਦੇ ਵਿੱਚ ਇੰਡੀਆ ਜੋ ਹੈ ਫਸਟ ਗਲੋਬਲ ਬਿਗ ਕੈਟ ਸਮਿਟ ਜੋ ਹੈ ਹੋਸਟ ਕਰੂਗਾ ਐਂਡ IBCA ਜੋ ਆਪਣਾ ਹੈਗਾ 2023 ਦੇ ਵਿੱਚ ਇਹ ਲਾਂਚ ਹੋਇਆ ਸੀਗਾ ਫॉर ਕੰਜ਼ਰਵੇਸ਼ਨ ਆਫ 7 ਬਿਗ ਕੈਟ ਸਪੀਸ਼ੀਜ਼। ਕਿਹੜੀ ਉਹ ਹੈਗੀਆਂ, ਟਾਈਗਰ, ਲਾਇਨ, ਸਨੋ ਲੈਪਰਡਸ, ਚੀਤਾ, ਲੈਪਰਡਸ, ਪਿਊਮਾਜ਼ ਐਂਡ ਜੈਗੁਆਰ। ਇਹਨਾਂ ਨੂੰ ਕੰਜ਼ਰਵ ਕਰਨ ਲਈ ਜੋ ਹੈ ਇਹ IBCA ਆਪਣਾ ਆਇਆ ਸੀਗਾ ਐਂਡ ਲਾਂਚ ਹੋਇਆ ਸੀਗਾ ਬਟ ਇਟ ਕੇਮ ਇਨਟੂ ਫੋਰਸ ਇਨ 2025 ਐਂਡ IBCA ਕੀ ਹੈਗੇ, ਇਟ ਇਜ਼ ਅ ਮਲਟੀ ਕੰਟਰੀ ਮਲਟੀ ਏਜੰਸੀ ਕੋਲੀਸ਼ਨ ਕੰਪਰਾਈਜ਼ਿੰਗ ਆਫ 95 ਬਿਗ ਕੈਟ ਰੇਂਜ ਕੰਟਰੀ। ਸੋ ਬੇਸਿਕਲੀ ਜਿੱਥੇ ਵੀ ਆਪਣੇ ਬਿਗ ਕੈਟਸ ਦੀ ਕੈਟਾਗਰੀ ਜੋ ਆਪਾਂ ਹੁਣ ਵੇਖਿਆ ਇਹ ਪਾਈ ਜਾਂਦੀ ਹੈ 95 ਇਹੋ ਜਿਹੀ ਕੰਟਰੀ ਦਾ ਕੋਲੀਸ਼ਨ ਹੈ। ਇਹਦੇ ਵਿੱਚ ਕੁਝ ਬਿਜ਼ਨਸ ਗਰੁੱਪਸ ਵੀ ਹੈਗੇ, ਕੁਝ ਕਾਰਪੋਰੇਟਸ ਵੀ ਹੈਗੇ ਜੋ ਕੰਜ਼ਰਵੇਸ਼ਨ ਬੇਸਿਕਲੀ ਇਹਨਾਂ ਦੀ ਚਾਹੁੰਦੇ ਆ। ਉਹਨਾਂ ਦਾ ਇੱਕ ਗਰੁੱਪ ਹੈਗਾ ਹੈ, ਠੀਕ ਹੈ, ਜਿਹਦਾ ਹੈੱਡਕੁਆਰਟਰ ਕਿੱਥੇ ਹੈਗਾ, ਨਿਊ ਦਿੱਲੀ, ਇੰਡੀਆ ਦੇ ਵਿੱਚ। ਸੋ ਇਹ ਆਪਣੇ ਲਈ ਕਾਫੀ ਇੰਪੋਰਟੈਂਟ ਨਿਊਜ਼ ਹੈ, ਤੁਸੀਂ ਯਾਦ ਰੱਖਣੀ ਹੈ। ਨੈਕਸਟ ਇਜ਼ ਅਰਬ ਲੀਗ। ਸੋ ਇਹਨਾਂ ਦੀ ਮੀਟਿੰਗਸ ਹੋਈ ਸੀਗੀ ਹੁਣ, ਸੋ ਇਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਇੱਕ ਵੋਲੰਟਰੀ ਐਸੋਸੀਏਸ਼ਨ ਹੈਗੀ ਹੈ ਕਿਹਨਾਂ ਦੀ, ਅਰੈਬਿਕ ਸਪੀਕਿੰਗ ਪੀਪਲ ਦੀ। ਇਹਦੀ ਫਾਊਂਡੇਸ਼ਨ ਕਦੋਂ ਹੋਈ ਸੀਗੀ, 22 ਮਾਰਚ 1945 ਦੇ ਵਿੱਚ 6 ਮੈਂਬਰਸ ਨੇ ਮਿਲ ਕੇ ਜੋ ਇਹਨੂੰ ਫਾਊਂਡ ਕੀਤਾ ਸੀਗਾ। ਕਿਹੜੇ ਮੈਂਬਰ ਸੀਗੇ, ਇਜਿਪਟ, ਇਰਾਕ, ਜੋਰਡਨ, ਲੈਬਨਾਨ, ਸਾਊਦੀ ਅਰੇਬੀਆ ਐਂਡ ਸੀਰੀਆ, ਠੀਕ ਹੈ ਜੀ। ਲੇਟਰ ਔਨ ਯਮਨ ਨੇ ਮਈ ਦੇ ਵਿੱਚ ਇਹਨੂੰ ਜੁਆਇਨ ਕੀਤਾ ਸੀਗਾ। ਨੈਕਸਟ ਇਜ਼ ਕੁਐਸਚਨ ਤੁਹਾਨੂੰ ਫਰੇਮ ਹੋ ਸਕਦਾ ਕਿ ਇੰਡੀਆ ਅਰਬ ਲੀਗ ਦਾ ਪਾਰਟਨਰ ਹੈਗਾ ਜਾਂ ਨਹੀਂ ਹੈਗਾ। ਸੋ ਨਹੀਂ, ਇੰਡੀਆ ਜੋ ਫਾਊਂਡਿੰਗ ਮੈਂਬਰ ਨਹੀਂ ਸੀਗਾ, ਨਾ ਹੀ ਜੋ ਇਹਦਾ ਮੈਂਬਰ ਹੈਗਾ। ਇੰਡੀਆ ਨੂੰ ਆਬਜ਼ਰਵਰ ਮੈਂਬਰ ਦਾ ਸਟੇਟਸ ਦਿੱਤਾ ਗਿਆ ਅਲੋਂਗ ਵਿਦ ਬ੍ਰਾਜ਼ੀਲ, ਇਰਾਈਟਰੀਆ ਐਂਡ ਵੈਨੇਜ਼ੁਏਲਾ। ਸੋ ਇਹਦਾ ਹੈੱਡਕੁਆਰਟਰ ਤੁਸੀਂ ਯਾਦ ਰੱਖਿਓ ਕਿੱਥੇ ਹੈਗਾ, ਕੈਰੋ, ਇਜਿਪਟ ਦੇ ਵਿੱਚ, ਅਰਬ ਲੀਗ। ਨੈਕਸਟ ਇਜ਼ ਮਹਾਤਮਾ ਗਾਂਧੀ ਗ੍ਰਾਮ ਸਵਰਾਜ ਯੋਜਨਾ। The scheme was proposed in budget to boost the khadi handloom sector with training, scaling, production and quality checks. So basically ਇਹਦਾ ਪਰਪਸ ਤੁਸੀਂ ਯਾਦ ਰੱਖਣਾ ਹੈਗਾ। ਬਜਟ ਦੇ ਵਿੱਚ ਸਕੀਮ ਨੂੰ ਅਨਾਉਂਸ ਕੀਤਾ ਗਿਆ, ਬਾਕੀ ਜਦੋਂ ਲਾਂਚ ਹੋਏਗੀ ਆਪਾਂ ਦੁਬਾਰਾ ਇਹਨੂੰ ਕਵਰ ਕਰਾਂਗੇ। ਨੈਕਸਟ ਇਜ਼ ਬਾਇਓ ਫਾਰਮਾ ਸ਼ਕਤੀ। ਇਹ ਵੀ ਆਪਣਾ ਬਜਟ ਦੇ ਵਿੱਚ ਜੋ ਹੈ ਅਨਾਉਂਸ ਕੀਤਾ ਗਿਆ ਸੀਗਾ। ਸਟ੍ਰੈਟੇਜਿਕ ਫੋਰ, ਇਹਦੀ ਫੁੱਲ ਫਾਰਮ ਤੁਸੀਂ ਯਾਦ ਰੱਖਣੀ, ਸ਼ਕਤੀ ਦੀ ਫੁੱਲ ਫਾਰਮ ਕੀ ਹੈਗਾ, ਸਟ੍ਰੈਟੇਜਿਕ ਫੋਰ ਹੈਲਥ ਕੇਅਰ ਐਡਵਾਂਸਮੈਂਟ ਟੂ ਨੋਲੇਜ, ਟੈਕਨੋਲੋਜੀ ਐਂਡ ਇਨੋਵੇਸ਼ਨ। The Finance Ministry proposed to develop India as a global biopharma manufacturing hub by establishing Biopharma Shakti with an outlay of rupees 10,000 crore over the next 5 years. So budget ਦੇ ਵਿੱਚ ਅਨਾਉਂਸ ਕੀਤਾ ਗਿਆ ਸੀਗਾ। ਆਲਰੇਡੀ ਇੰਡੀਆ ਜੋ ਫਾਰਮਾਸਿਊਟੀਕਲਸ ਦੇ ਵਿੱਚ ਕਾਫੀ ਵਧੀਆ ਜੋ ਹੈ ਕਰਦਾ ਹੈਗਾ, ਸੋ ਉਹਨੂੰ ਹੋਰ ਜ਼ਿਆਦਾ ਇਨਹਾਂਸ ਕਰਨ ਲਈ ਬਜਟ ਦੇ ਵਿੱਚ 10,000 ਕਰੋੜ ਦਾ ਲੇਆਊਟ ਰੱਖਿਆ ਗਿਆ ਓਵਰ ਦ ਨੈਕਸਟ 5 years, ਜਿਹਦੇ ਵਿੱਚ ਬਾਇਓ ਫਾਰਮਾ ਸ਼ਕਤੀ ਜੋ ਹੈ ਹਬਸ ਬਣਾਏ ਜਾਣਗੇ, ਮੈਨੂਫੈਕਚਰਿੰਗ ਹਬਸ ਜੋ ਹੈ ਬਣਾਏ ਜਾਣਗੇ। ਨੈਕਸਟ ਇਜ਼ ਵਰਲਡ ਗਵਰਨਮੈਂਟ ਸਮਿਟ 2026 ਓਪਨਸ ਇਨ ਦੁਬਈ। ਇਹ ਤੁਸੀਂ ਜਗ੍ਹਾ ਯਾਦ ਰੱਖਣੀ ਹੈ ਕਿੱਥੇ ਜੋ ਹੈ ਓਪਨ ਕੀਤੀ ਗਈ। ਨੈਕਸਟ ਇਜ਼ ਇਹਦੀ ਥੀਮ ਕੀ ਸੀਗੀ, ਸ਼ੇਪਿੰਗ ਦਾ ਫਿਊਚਰ ਗਵਰਨਮੈਂਟਸ। ਨੈਕਸਟ ਕੁਝ ਵਨ ਲਾਈਨਰ ਨਿਊਜ਼ ਹੈਗੀਆਂ ਨੇ। ਇਲੋਨ ਮਸਕ ਬਿਕੇਮ ਫਸਟ ਇੰਡੀਵਿਜੂਅਲ ਔਨ ਅਰਥ ਟੂ ਕ੍ਰੋਸ $800 ਬਿਲੀਅਨ ਆਫ ਨੈਟ ਵਰਥ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇਜ਼ ਇੱਕ ਅਵਾਰਡ ਦਿੱਤਾ ਗਿਆ ਹੈਗਾ ਭੂਟਾਨ ਕੁਈਨ ਮਦਰ ਨੂੰ। ਇਹਨਾਂ ਦਾ ਨਾਮ ਤੁਸੀਂ ਦੇਖ ਲਓ, ਆਸ਼ੀ ਵਾਂਗਮੋ ਵਾਂਗਚੁਕ ਐਂਡ ਅਵਾਰਡ ਦਾ ਨਾਮ ਕੀ ਹੈਗਾ, ਉਪੇਂਦਰ ਨਾਥ ਬ੍ਰਹਮਾ ਸੋਲਜਰ ਆਫ ਹਿਊਮੈਨਿਟੀ ਅਵਾਰਡ, ਠੀਕ ਹੈ। 2025 ਦਾ ਅਵਾਰਡ ਇਹਨਾਂ ਨੂੰ ਦਿੱਤਾ ਗਿਆ। ਨੈਕਸਟ ਇਜ਼ ਇੰਡੀਅਨ ਮਾਊਂਟੇਨੀਅਰ ਕਬਾਕ ਯਾਨੋ ਸਕਸੈਸਫੁਲੀ ਸਮਿਟ ਮਾਊਂਟ ਐਕਨਕੈਗੁਆ, ਹਾਈਐਸਟ ਪੀਕ ਇਨ ਵੈਸਟਰਨ ਹੈਮਿਸਫੇਅਰ। ਸੋ ਤੁਸੀਂ ਯਾਦ ਰੱਖਣਾ ਮਾਊਂਟ ਐਕਨਕੈਗੁਆ ਕਿਹੜੀ ਕੰਟਰੀ ਦੇ ਵਿੱਚ ਲਾਈ ਕਰਦਾ ਹੈ, ਅਰਜਨਟੀਨਾ ਦੇ ਵਿੱਚ ਐਂਡ ਇਟ ਇਜ਼ ਅ ਪਾਰਟ ਆਫ ਅ ਸਦਰਨ ਐਂਡੀਜ਼, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਐਂਡ ਪਰਸਨ ਦਾ ਨਾਮ ਵੀ ਤੁਸੀਂ ਯਾਦ ਰੱਖਣਾ। ਨੈਕਸਟ ਇਜ਼
कोची एयरपोर्ट टू ऑपरेट इंडियाज़ फर्स्ट हाइड्रोजन पावर्ड बसिस, ये भी काफ़ी इंपॉर्टेंट न्यूज़ है, ऑनलाइनर न्यूज़ हैगी है। नैक्सट इज़ वर्ल्ड कैंसर डे ऑबजर्व किया गया 4 फरवरी ਨੂੰ। ਇਹਦੀ ਥੀਮ ਤੁਸੀਂ याद रखियो यूनाइटेड बाय यूनिक ਇਹਦੀ थीम रही सी इस बार। नैक्सट इज़ 4 फरवरी ਨੂੰ अपने काफ़ी डे ਸੀਗੇ। इंटरनेशनल डे ऑफ ह्यूमन फ्रैटरनिटी भी जो अपना सैलीब्रेट किया गया। एंड नैक्सट इज़ 4 फरवरी ਨੂੰ ही नैशनल डे ऑफ श्रीलंका जो है सैलीब्रेट किया गया, क्योंकि इस दिन 1948 ਦੇ ਵਿੱਚ श्रीलंका ਨੂੰ इंडिपेंडेंस मिली ਸੀਗੀ ब्रिटिश तो। ठीक है जी। श्रीलंका की जो कैपिटल पूछी जाए तो श्रीलंका की 2 कैपिटल्स है, एक लैजिसलेटिव कैपिटल है जो कि श्री जयवर्धनपुरे कोटे हैगी है, एंड एक एग्जीक्यूटिव कैपिटल हैगी दैट इज़ कोलंबो, ये तुसीं याद रखनी है। नैक्सट न्यूज़ इज़ 3 फरवरी ਨੂੰ इंडियन नैशनल सेंटर फॉर ओशन इन्फॉर्मेशन सर्विस डे सैलीब्रेट किया गया। तुसीं बस इन्ना याद रखना गा कि किहड़ी मिनिस्ट्री के अंडर आंदा है एंड कदों इस्टैबलिश होया सीगा। सो 1999 ਨੂੰ ये बॉडी अपनी इस्टैबलिश होई सीगी एंड इट कम्स अंडर द मिनिस्ट्री ऑफ आर्ट साइंसिस। ये क्वेश्चन ऑलरेडी एग्जाम दे विच आया होया। नैक्सट इज़ इंडियन ओरिजिन साइंटिस्ट वीरभद्रन रामानाथन विन्स 2026 नोबल ऑफ जियो साइंसिस, काफ़ी इंपॉर्टेंट अवार्ड है। ठीक है, इस अवार्ड नोबल ऑफ जियो साइंसिस को एक होर नाम तो जाना जाता दैट इज़ क्रैफोर्ड प्राइज़। ठीक है जी। एंड इनू अवार्ड कौन करता है? रॉयल स्वीडिश अकैडमी ऑफ साइंसिस जो इनू अवार्ड करती है। वाइल वर्किंग एट नासा ऑफ क्लोरोफ्लोरकार्बनस, जो आप CFCs देखते हैं क्लोरोफ्लोरकार्बनस जो ACs ਦੇ ਵਿੱਚ फ्रिज ਦੇ ਵਿੱਚ यूज़ ਹੁੰਦੇ ਸੀ, जिन्हां ते बैन करता ਸੀਗਾ 1985 जो वियना कन्वेंशन आया, उस तो बाद 1987 ਦੇ ਵਿੱਚ ਮੌਂਟਰੀਅਲ ਪ੍ਰੋਟੋਕੋਲ ਜੋ ਆਇਆ ਸੀਗਾ ਉਹਨਾਂ ਨੇ ਬੈਨ ਕੀਤਾ। ਸੋ ਇਹਦੀ ਜੋ ਡਿਸਕਵਰੀ ਕੀਤੀ ਸੀਗੀ ਉਹ ਰਾਮਨਾਥਨ ਵੀਰਭਦਰਨ ਨੇ ਕੀਤੀ ਸੀਗੀ। ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਰੱਖਣਾ। ਐਂਡ CFC ਕੀ ਹੈਗਾ? ਇੱਕ ਪੋਟੈਂਸ਼ੀਅਲ ਗ੍ਰੀਨ ਹਾਊਸ ਗੈਸ ਸੀਗੀ। ਠੀਕ ਹੈ, ਇਹਨੂੰ ਆਪਾਂ ਹੁਣ ਐਲੀਮੀਨੇਟ ਕਰ ਚੁੱਕੇ ਹਾਂ। ਨੈਕਸਟ ਇਜ਼ ਪੈਨਈਆਰ ਵਾਟਰ ਡਿਸਪਿਊਟ। ਇਹ ਡਿਸਪਿਊਟ ਕਿਹੜੀ 2 ਸਟੇਟ ਦੇ ਵਿੱਚ ਹੈਗਾ? ਤਮਿਲਨਾਡੂ ਐਂਡ ਕਰਨਾਟਕ ਦੇ ਵਿੱਚ। ਠੀਕ ਹੈ ਜੀ। जे अपने तो रिवर के अराउंड क्वेश्चन आए तो इट इज़ अ ईस्टर्न फ्लोविंग रिवर, ईस्ट के विच बहती है। ठीक है जी। बे ऑफ बंगाल के विच अपना वाटर ड्रेन करती है। एंड देखो जो भी वाटर डिस्प्यूट होंदा गा तो जो सुप्रीम कोर्ट हैगी वो ट्राइबूनल कहते भी ट्राइबूनल तुसी बनाओ, ट्राइबूनल बना के अपना डिस्प्यूट रिजोल्व करो। ठीक है जी। एंड वो जो ट्राइबूनल जो एजुडिकेशन हैगा इंटरस्टेट वाटर डिस्प्यूट का अपने कॉन्स्टिट्यूशन के किहड़े आर्टिकल के मैंशन हैगा? आर्टिकल 262 भी तुसी याद रखना है। एंड जो भी ट्रिब्यूनल बनता गा जो गौरमेंट बनाती है ਉਹਦਾ जो डिसीजन होंदा है वो फाइनल होंदा है। सो जो भी वो डिसीजन लऊगी वो बाइंडिंग होगा, स्टेट्स को मनना पऊगा। ठीक है। नैक्सट इज़ न्योफाइट ID ऐप, एक केरल ने लॉन्च की है। इसका परपज़ की हैगा? टू आइडेंटिफाई इनवेजिव प्लांट। देखो केरल के की है अपने वैसटर्न घाट्स है। सो वैसटर्न उत्थे जो इकोसिस्टम है काफ़ी ज़्यादा इंपॉर्टेंट इकोसिस्टम है, उत्थे कोई इनवेजिव स्पीसीज़ कोई एलियन स्पीसीज़ ना हो उन्होंने आइडेंटिफाई करने लिए जो है ये ऐप लॉन्च की गई है। नैक्सट इज़ सोशोलॉजिस्ट एंड्रे बैटल पासिस अवे। ठीक है, भी काफ़ी इंपॉर्टेंट परसनैलिटी सीगे। इन्हों की बुक सीगी जिन्होंने सोशोलॉजी पढ़ी है उन्होंने पता होना। कास्ट क्लास एंड पावर काफ़ी इंपॉर्टेंट बुक इन्होंने लिखी सीगी। उस तो बाद सोसाइटी एंड पॉलिटिक्स इन इंडिया, एंड इन्हों पद्म भूषण अवार्ड भी दिता गया सीगा 2005 के विच। नैक्सट इज़ आर्मी फ्लैग्स ऑफ भारत रणभूमि दर्शन एक्सपीडिशन फ्रॉम द्वारका। एंड इस एक्सपीडिशन के विच 3400 किलोमीटर जो है वो ट्रैवल किया जाऊगा अलोंग द ईस्टर्न इंडियाज़ वैसटर्न फ्रंटियर, कवरिंग की बॉर्डर रीजनस ऑफ गुजरात एंड राजस्थान। एंड एक इन्होंने अंडरटेक किया गा इंडियन नेवी एंड BSF ने जॉइंटली मिल के इस एक्सपीडिशन को अंडरटेक किया। नैक्सट इज़ सब ऑर्बिटल टूरिज्म, ये भी न्यूज़ न्यूज़ क्यों सीगा? क्योंकि एक जेफ बेजोस जो कि Amazon के फाउंडर ने उन्होंने एक कंपनी हैगी ब्लू ओरिजिन उन्होंने एक प्राइवेट स्पेस कंपनी है जिसका काम सीगा बेसिकली जो पैसेंजर्स हैगे उन्होंने सपोज करो इतने समझानी हाँ, ये अपना अर्थ है। ठीक है, ये अर्थ की आउटर लिमिट है, इस तो बाद जो है वो स्पेस शुरू हो जाता है। सो ये जो ब्लू ओरिजिन सीगी ਇਹਦਾ ਕੰਮ ਸੀਗਾ जो कंपनी सीगी कि जो चाहवान है जो जाना चाहते हैं उन्होंने इस पॉइंट तक लैके आना। इस पॉइंट का एक पर्टिकुलर नाम भी इतने मैंशन होगा, करमन लाइन। ठीक है, इस पॉइंट जो आउटर एज हैगा अर्थ का, ठीक है, उतों तक लैके आना, इतने करीब 10 तो 15 मिनट रखना, फिर वापस लैके आना। ठीक है जी। सो स्पेस के नहीं लैके जाते थे, स्पेस तो पहला जो लास्ट बाउंड्री हैगी अर्थ की उतों तक लैके जाते थे, 10-15 मिनट रखना एंड दैन वापस ले आना। सो न्यूज़ के क्यों सीगा इन्होंने अपना जो मिशन सीगा वो सस्पेंड करता फॉर 2 ईयर्स। ठीक है जी, क्योंकि इन्हों का मनना है कि असी जो अपनी लूनर कैपेबिलिटीज़ से फोकस करना चाहते हैं एंड इस
ਇਹ ਜੋ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਦੱਸਿਆ ਕਿ ਉੱਥੋਂ ਤੱਕ ਲੈ ਕੇ ਜਾਣਾ ਫਿਰ ਵਾਪਸ ਲੈ ਕੇ ਆਉਣਾ, ਇਸ ਨੂੰ ਆਪਾਂ ਕਹਿੰਦੇ ਹਾਂ ਸਬ ਔਰਬਿਟਲ ਟੂਰਿਜ਼ਮ। ਐਂਡ ਇਟ ਇਜ਼ ਅ ਫਾਰਮ ਆਫ ਸਪੇਸ ਟਰੈਵਲ ਵੇਅਰ ਪੇਇੰਗ ਪੈਸੇਂਜਰਸ ਫਲਾਈ ਟੂ ਦ ਐਜ ਆਫ ਸਪੇਸ ਬਟ ਡੋਂਟ ਕੰਪਲੀਟ ਅ ਫੁੱਲ ਔਰਬਿਟ। ਕੋਈ ਅਰਥ ਦਾ ਚੱਕਰ ਨਹੀਂ ਲਗਾ ਰਹੇ, ਠੀਕ ਹੈ, ਇੱਕ ਪਰਟੀਕੂਲਰ ਪੁਆਇੰਟ ਤੱਕ ਜਾ ਰਹੇ ਆ, ਅਰਥ ਦੇ ਐਜ ਤੱਕ ਜਾ ਰਹੇ ਆ ਐਂਡ ਦੈਨ ਵਾਪਸ ਆ ਰਹੇ ਆ, ਠੀਕ ਹੈ। ਇਸ ਲਾਈਨ ਨੂੰ ਤੁਸੀਂ ਯਾਦ ਰੱਖਣਾ ਕੀ ਕਹਿੰਦੇ ਆਪਾਂ, ਕਰਮਨ ਲਾਈਨ। ਇਸ ਤੋਂ ਬਾਅਦ ਜੋ ਸ਼ੁਰੂ ਹੁੰਦਾ ਹੈ ਉਹਨੂੰ ਆਪਾਂ ਸਪੇਸ ਕਹਿ ਦਿੰਦੇ ਆ, ਠੀਕ ਹੈ ਜੀ। ਨੈਕਸਟ ਇਜ਼ ਇੰਡੀਆ ਟੂ ਹੋਸਟ ਸ਼ੂਟਿੰਗਸ ਏਸ਼ੀਅਨ ਓਲੰਪਿਕ ਕੁਆਲੀਫਾਈਂਗ ਚੈਂਪੀਅਨਸ਼ਿਪ, ਇਹ ਤੁਸੀਂ ਯਾਦ ਰੱਖਣਾ। ਐਂਡ ਆਪਣੇ ਲਈ ਇੰਪੋਰਟੈਂਟ ਕੀ ਹੈਗਾ ਕਿ ਨੈਕਸਟ ਜੋ ਆਪਣੇ ਓਲੰਪਿਕਸ ਹੋਣਗੇ ਉਹ ਕਿੱਥੇ ਹੋਣਗੇ, ਲੋਸ ਐਂਜਲਸ ਦੇ ਵਿੱਚ ਹੋਣਗੇ, ਤੁਸੀਂ ਯਾਦ ਰੱਖਿਓ। ਐਂਡ ਜੋ ਓਲੰਪਿਕ ਕਾਊਂਸਿਲ ਆਪਣੀ ਹੈਗੀ ਆ ਉਹਦੇ ਹੈੱਡ ਕੌਣ ਹੈਗੇ, ਉਹਦੇ ਪ੍ਰੈਜ਼ੀਡੈਂਟ ਕੌਣ ਹੈਗੀ ਆ, ਕਿਸਟੀ ਕੋਵੈਂਟਰੀ, ਠੀਕ ਹੈ ਜੀ। ਫਸਟ ਫੀਮੇਲ ਲੀਡਰ ਹੈ ਜੋ ਕਿ ਪ੍ਰੈਜ਼ੀਡੈਂਟ ਬਣੀ ਹੈ ਇਹਨਾਂ ਦੀ। ਐਂਡ ਇਹ ਨਿਊਜ਼ ਦੇ ਵਿੱਚ ਕਿਉਂ ਸੀਗੇ, ਕਿਉਂਕਿ ਇਹਨਾਂ ਦੀ ਇੱਕ ਸਟੇਟਮੈਂਟ ਆਈ ਸੀਗੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਜੋ 2028 ਦੇ ਓਲੰਪਿਕਸ ਹੋਣਗੇ ਉਹਦੇ ਵਿੱਚ ਕੁਝ ਅਨਕੰਫਰਟੇਬਲ ਚੇਂਜਸ ਆਪਾਂ ਨੂੰ ਵੇਖਣ ਨੂੰ ਮਿਲ ਸਕਦੇ, ਯਾਨੀ ਕਿ ਕੁਝ ਹੋ ਸਕਦਾ ਹੈ ਕੁਝ ਗੇਮਸ ਜੋ ਹੈ ਉਹ ਰਿਮੂਵ ਕਰਤੇ ਜਾਣ ਓਲੰਪਿਕ ਕੈਟਾਗਰੀ ਤੋਂ, ਠੀਕ ਹੈ। ਸੋ ਇਸ ਕਰਕੇ ਨਿਊਜ਼ ਦੇ ਵਿੱਚ ਸੀਗੀ। ਉਸ ਤੋਂ ਬਾਅਦ ਮੋਲਟ ਬੁੱਕ ਪਲੇਟਫਾਰਮ ਇਹ ਵੀ ਇੰਪੋਰਟੈਂਟ ਆਪਣੇ ਲਈ ਨਿਊਜ਼ ਹੈਗੀ ਆ। ਜਿਵੇਂ ਕਿ ਆਪਾਂ ਇੰਸਟਾਗ੍ਰਾਮ ਯੂਜ਼ ਕਰਦੇ ਆ, ਫੇਸਬੁੱਕ ਯੂਜ਼ ਕਰਦੇ ਆ ਇੱਕ ਦੂਜੇ ਨਾਲ ਇੰਟਰੈਕਟ ਕਰਨ ਲਈ, ਸੋ ਉਵੇਂ ਜੋ ਆਪਣੇ ਚੈਟਬੋਟਸ ਹੁੰਦੇ ਆ, ਜੋ AI ਏਜੰਟਸ ਹੈ, ਉਹ ਆਪਸ ਦੇ ਵਿੱਚ ਗੱਲ ਕਰ ਪਾਉਣ ਵਿਦਾਊਟ ਐਨੀ ਹਿਊਮਨ ਇੰਟਰਫੇਰੈਂਸ, ਉਹਦੇ ਲਈ ਪਲੇਟਫਾਰਮ ਲਾਂਚ ਕੀਤਾ ਗਿਆ, ਠੀਕ ਹੈ ਜੀ, ਮੋਲਟ ਬੁੱਕ ਪਲੇਟਫਾਰਮ। ਸੋ ਇਟ ਇਜ਼ ਦੀ ਫਸਟ ਸੋਸ਼ਲ ਨੈਟਵਰਕ ਡਿਜ਼ਾਈਨਡ ਐਕਸਕਲੂਸਿਵਲੀ ਫॉर AI ਏਜੰਟਸ, ਆ ਕਿ ਜੋ AI ਏਜੰਟਸ ਉਹ ਆਪਸ ਦੇ ਵਿੱਚ ਗੱਲ ਕਰ ਪਾਉਣ, ਠੀਕ ਹੈ। ਐਂਡ ਕਿਹਨਾਂ ਨੇ ਲਾਂਚ ਕੀਤਾ, ਡਿਵੈਲਪਰ ਦਾ ਨਾਮ ਤੁਸੀਂ ਯਾਦ ਰੱਖਿਓ, ਮੈਟ ਸਕਿਲਸ ਨੇ ਇਹ ਲਾਂਚ ਕੀਤਾ ਗਾ। ਨੈਕਸਟ ਇਜ਼ ਵਨ ਲਾਈਨਰ ਨਿਊਜ਼ ਹੈਗੀ ਆ, ਵਰਲਡ ਸੀ ਫੂਡ ਕਾਂਗਰਸ 2026 ਕਿਹਨੇ ਹੋਸਟ ਕੀਤੀ ਹੈ, ਚੇਨਈ ਦੇ ਵਿੱਚ ਹੋਸਟ ਕੀਤੀ ਗਈ ਸੀਗੀ। ਨੈਕਸਟ ਇਜ਼ ਪੈਰਾਦੀਪ ਪੋਰਟ ਜੋ ਕਿ ਉੜੀਸਾ ਦੇ ਵਿੱਚ ਹੈਗੀ ਹੈ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਇੰਡੀਆ ਦੇ ਵਿੱਚ ਕਿੰਨੀ ਮੇਜਰ ਪੋਰਟਸ ਹੈਗੀਆਂ ਅਤੇ ਉਹ ਕਿੱਥੇ ਕਿੱਥੇ ਲਾਈਕ ਕਰਦੀਆਂ ਨੇ। ਪੈਰਾਦੀਪ ਪੋਰਟ ਨੂੰ ਜੋ ਫਸਟ ਪ੍ਰਾਈਜ਼ ਮਿਲੇਗਾ ਐਟ ਸਵੱਛਤਾ ਪਖਵਾੜਾ ਅਵਾਰਡ 2025, ਇਹ ਤੁਸੀਂ ਯਾਦ ਰੱਖਣਾ। ਨੈਕਸਟ ਇਜ਼ ਐਕਸਰਸਾਈਜ਼ ਤੋਂ ਰਿਲੇਟਡ ਹੈ, 13th ਐਡੀਸ਼ਨ ਜੋ ਹੋਇਆਗਾ ਖੰਜਰ ਦਾ। ਖੰਜਰ ਮਿਲੀਟਰੀ ਐਕਸਰਸਾਈਜ਼ ਹੈ, ਕਿਹੜੀ ਦੋ ਕੰਟਰੀਜ਼ ਦੇ ਵਿੱਚ, ਇੰਡੀਆ ਐਂਡ ਕਿਰਗਿਸਤਾਨ ਦੇ ਵਿੱਚ। ਐਂਡ ਇਹ ਐਕਸਰਸਾਈਜ਼ ਕਿੱਥੇ ਹੋਈ ਹੈ, ਅਸਾਮ ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ। नेक्स्ट इज हैवन वन टू बिकम वर्ल्ड्स फर्स्ट प्राइवेट स्पेस स्टेशन। आज तक आप सुनते आए ना ISS इंटरनेशनल स्पेस स्टेशन, जो कि काफ़ी कंट्री का कोलैबोरेशन है। बेसिकली आप काइंड ऑफ आप गौरमेंट कोलैबोरेशन इनू कह सकते हैं, जिहदे विच सुनीता विलियम्स एंड इंडिया तो भी एक एस्ट्रोनॉट गए सी, उन्होंने नाम तुसीं दसना मैनू, ठीक है जी। सो वो सीगा गौरमेंट कोलैबोरेशन तो बनाया हुआ है जो इंटरनेशनल स्पेस स्टेशन सीगा। फस्ट प्राइवेट स्पेस स्टेशन जो है वो लॉन्च होने जा रहा है, जिसका नाम की हैगा हैवन वन, ये तुसीं याद रखना। एंड अपने जो स्पेस स्टेशन होंगे है वो लोअर अर्थ ऑर्बिट दे विच होंगे है, ठीक है, ये भी तुसीं याद रखना। नैक्सट इज ब्लू लाइन न्यूज़ दे विच हैगी, किहड़ी दो कंट्रीज़ दे विच हैगी है, लैबनन एंड इजराइल। ये कोई अपना इंटरनेशनल जो बॉर्डर नहीं हैगा, बट जस्ट एक डिमार्केशन लई जो है एक ब्लू लाइन जो है कंसीडर की जाती है लैबनन एंड इजराइल दे विच। नैक्सट इज देवनी मोरी रैलिक्स ऑफ लॉर्ड बुद्ध, ये कितने हैगे ने, श्रीलंका दे विच, ठीक है, तुसीं याद रखियो। ये हुण नहीं पाए गए, काफ़ी पहला डिस्कवरी इहदी होई सीगी। सो इंडिया दे विच कुछ काम कर रही है, इस करके न्यूज़ दे विच सीगे। बस तुसीं याद रखो किहड़ी कंट्री दे विच है, श्रीलंका दे विच है। उस बाद अनाहत सिंह स्क्वॉश प्लेयर है, सो तो पहला कैटेगरी तुसीं याद रखियो। एंड शी बिकेम यंगेस्ट एवर एशियन प्लेयर टू एंटर वर्ल्ड टॉप 20 इन PSA रैंकिंग, ठीक है जी। सो ये तुसीं याद रखना है। नैक्सट इज सॉलिड फ्यूल डक्टेड रामजेट, SFDRA दी फुल SFDRA दी शॉर्ट फॉर्म हैगी है टेक्नोलॉजी। सो जो रामजेट अपने बेसिकली हैगे आ, ये जो इंजनस है की करते हैं, ये जिवें एटमोसफेयर दे विच जांदे है तां प्रपोल्शन नहीं, देखो आपां नूं की हुंदा, ऑक्सीजन दी जो फ्यूल हैगा वो बर्न होगा। फ्यूल बर्न कदों होगा, जो ऑक्सीजन की सप्लाई होगी। सो पहला की हुंदा सीगा, पहला टैक्नोलॉजी की सीगी कि आपां नूं लगातार ऑक्सीजन की सप्लाई देनी पैंदी सीगी। उस तो बाद जो रामजेट इंजन आए, इन्हां ने इहदे विच की टैक्नोलॉजी सीगी कि जिवें मिसाइल उपर जाओगे, इंजन उपर जाणगे एटमोसफेयर दे विच, सो एटमोसफेयर की ऑक्सीजन नूं ये कैप्चर करके वो तो प्रपोल्शन करनगे, ठीक है, ऑटोमैटिक कैप्चर होगा, ब्रीथिंग जो ऑटोमैटिक जो है ब्रीथिंग होगी। सो ये सीगी अपनी रामजेट टैक्नोलॉजी, ठीक है। एंड ये जो न्यूज़ दे विच हैगी है SFDR टैक्नोलॉजी, इनू डैमोस्ट्रेट किन्ने कीता गा, DRDO ने। आई होप तुसीं समझ गए होगे कि बेसिकली ये है, एयर ब्रीथिंग प्रोपल्शन सिस्टम है मिसाइल्स ਲਈ दैट यूजेस एटमोसफेरिक ऑक्सीजन फॉर कंबशन। ਆਪਾਂ ਨੂੰ नहीं देना मैनुअली, आप कुछ नहीं कर रहे, ठीक है, ऑटोमैटिकली जो ऑक्सीजन एटमोसफेयर तो कैप्चर करके ये प्रोपल्शन सिस्टम ਦੇ ਵਿੱਚ हेल्प कर रहे रामजेट इंजनस। नैक्सट इज नमस्ते स्कीम न्यूज़ ਦੇ ਵਿੱਚ ਸੀਗੀ, ਇਹਦੀ फुल फॉर्म ਤੁਸੀਂ याद रखनी है, नैशनल एक्शन फॉर मैकेनाइज्ड सैनिटेशन इकोसिस्टम।
ਠੀਕ ਹੈ। ਇਹਦਾ ਪਰਪਸ ਕੀ ਸੀਗਾ, 2023 ਦੇ ਵਿੱਚ ਇਹ ਲਾਂਚ ਹੋਈ ਸੀਗੀ ਕਿ ਜੋ ਸੈਨੀਟੇਸ਼ਨ ਵਰਕਰਸ ਹੈਗੇ ਆ, ਜੋ ਸੈਪਟਿਕ ਟੈਂਕਸ ਦੇ ਵਿੱਚ ਜਾਂਦੇ ਆ, ਤਾਂ ਉੱਥੇ ਕੀ ਹੁੰਦਾ ਹੈ ਕਿ ਆਪਣੇ ਕੋਲ ਕੋਈ ਇਹੋ ਜਿਹੀ ਮਸ਼ੀਨਸ ਨਹੀਂ ਹੈਗੀਆਂ ਜੋ ਸੈਪਟਿਕ ਟੈਂਕਸ ਨੂੰ ਜੋ ਹੈ ਸਾਫ਼ ਕਰ ਪਾਉਣ। ਸੋ ਇਹ ਕੰਮ ਜੋ ਮੈਨੂਅਲੀ ਕੀਤਾ ਜਾਂਦਾ ਹੈਗਾ। ਐਂਡ ਇਹ ਸਾਫ਼ ਕਰਨ ਦੇ ਵਿੱਚ ਕੀ ਹੁੰਦਾ ਹੈ, ਕਾफ़ी ज़्यादा ਪੋਇਜ਼ਨਸ ਗੈਸਿਸ ਤੋਂ ਜੋ ਪਰਸਨ ਜੋ ਅੰਦਰ ਜਾ ਰਿਹਾ ਹੈਗਾ ਉਹ ਵਲਨਰੇਬਲ ਹੁੰਦਾ ਹੈਗਾ। ਸੋ ਇਨ ਕੇਸ ਕਈ ਵਾਰ ਇਹੋ ਜਿਹਾ ਵੀ ਵੇਖਿਆ ਗਿਆ ਕਿ ਉਹ ਜੋ ਪਰਸਨ ਜੋ ਸੈਪਟਿਕ ਟੈਂਕ ਜੋ ਸਾਫ਼ ਕਰ ਰਹੇ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਸੋ ਉਹਨਾਂ ਨੂੰ ਇਹ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਜੋ ਸਕੀਮ ਲੈ ਕੇ ਆਏ ਗਏ ਸੀ ਕਿ 2023 ਦੇ ਵਿੱਚ, ਠੀਕ ਹੈ। ਕਿਹੜੀ ਦੋ ਮਿਨਿਸਟਰੀ ਇਹਦੇ ਵਿੱਚ ਇਨਵੋਲਵ ਹੈਗੀ ਆ, ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਐਂਡ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ, ਠੀਕ ਹੈ। ਇਹਦੇ ਇੱਕ ਇੰਪਲੀਮੈਂਟਿੰਗ ਏਜੰਸੀ ਵੀ ਹੈਗੀ ਹੈ ਨੈਸ਼ਨਲ ਸਫਾਈ ਕਰਮਚਾਰੀ ਫਾਈਨੈਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ, ਠੀਕ ਹੈ ਜੀ। ਐਂਡ ਨਿਊਜ਼ ਦੇ ਵਿੱਚ ਕਿਉਂ ਸੀਗੇ, ਕਿਉਂਕਿ ਇੱਕ ਡਾਟਾ ਸਾਹਮਣੇ ਆਇਆ ਜਿਹਦੇ ਵਿੱਚ ਇਹ ਦੱਸਿਆ ਕਿ ਨੀਅਰਲੀ 90% ਜੋ ਵਰਕਰਸ ਨੇ, ਇਹ ਜੋ ਸੈਨੀਟੇਸ਼ਨ ਵਰਕਰਸ ਹੈ, ਦੇ ਬਿਲੋਂਗ ਟੂ SC ST ਐਂਡ OBC ਕੈਟਾਗਰੀ, ਠੀਕ ਹੈ ਜੀ। ਇਸ ਕਰਕੇ ਨਿਊਜ਼ ਦੇ ਵਿੱਚ ਸੀਗੀ। ਨੈਕਸਟ ਇਜ਼ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਨਿਊਜ਼ ਦੇ ਵਿੱਚ ਸੀਗੀ। ਇਹ 2025 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀਗੀ ਆਨੰਦ, ਗੁਜਰਾਤ ਦੇ ਵਿੱਚ। ਇਹ ਇੰਡੀਆ ਦੀ ਫਸਟ ਕੋਆਪਰੇਟਿਵ ਯੂਨੀਵਰਸਿਟੀ ਸੀਗੀ, ਠੀਕ ਹੈ ਜੀ, ਜੋ ਕੋਆਪਰੇਟਿਵਸ ਤੋਂ ਡੀਲ ਕਰਦੀ ਹੈ। ਐਂਡ ਨਿਊਜ਼ ਦੇ ਵਿੱਚ ਕਿਉਂ ਸੀਗੀ, ਪੰਜਾਬ ਦੇ ਵਿੱਚ ਜੋ ਸਤਨਾਮ ਸਿੰਘ ਸੰਧੂ ਜੋ ਰਾਜ ਸਭਾ ਦੇ ਮੈਂਬਰ ਹੈਗੇ ਆ, ਇਹਨਾਂ ਨੇ ਮੰਗ ਉਠਾਈ ਹੈ ਕਿ ਇਹਦਾ ਇੱਕ ਰੀਜਨਲ ਸੈਂਟਰ ਜੋ ਹੈਗਾ ਉਹ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਇਸ ਯੂਨੀਵਰਸਿਟੀ ਦਾ, ਠੀਕ ਹੈ। ਕਿਉਂਕਿ ਪੰਜਾਬ ਦੇ ਵਿੱਚ ਵੀ ਆਪਾਂ ਕਾਫੀ ਕੋਆਪਰੇਟਿਵਸ ਦੇਖਦੇ, ਜਿਵੇਂ ਕਿ ਵੇਰਕਾ ਆਪਣਾ ਹੈਗਾ, ਠੀਕ ਹੈ ਜੀ। ਸੋ ਉਸ ਕਰਕੇ ਜੋ ਹੈ ਇਹ ਮੰਗ ਉਠਾਈ ਗਈ ਸੀਗੀ, ਤਾਂ ਇਹ ਨਿਊਜ਼ ਦੇ ਵਿੱਚ ਸੀਗੀ। ਨੈਕਸਟ ਇਜ਼ ਕਾਲਾ ਘੋੜਾ ਆਰਟ ਫੈਸਟੀਵਲ ਮਹਾਰਾਸ਼ਟਰ ਦੇ ਵਿੱਚ ਜੋ ਹੈ ਸੈਲੀਬ੍ਰੇਟ ਕੀਤਾ ਗਿਆ, ਤੁਸੀਂ ਯਾਦ ਰੱਖਿਓ। ਐਂਡ ਨੈਕਸਟ ਨਿਊਜ਼ ਰਿਲੇਟਿਡ ਟੂ ਪੰਜਾਬ ਸਖੀ ਸ਼ਕਤੀ ਮੇਲਾ ਇਨ ਮੋਹਾਲੀ, ਠੀਕ ਹੈ। ਇਹ ਮੋਹਾਲੀ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਸੀਗਾ। ਦਾ ਪਰਪਸ ਕੀ ਹੈਗਾ, ਵੂਮਨ ਐਮਪਾਵਰਮੈਂਟ ਐਂਡ ਰੂਰਲ ਐਂਟਰਪ੍ਰੇਨਿਓਰਸ਼ਿਪ ਨੂੰ ਵਧਾਵਾ ਦੇਣਾ। ਨੈਕਸਟ ਇਜ਼ ਕਾਬਲ ਟਾਈਗਰ ਰਿਜ਼ਰਵ ਤੇਲੰਗਾਨਾ ਦੇ ਵਿੱਚ ਹੈਗਾ। ਇਹ ਨਿਊਜ਼ ਦੇ ਵਿੱਚ ਕਿਉਂ ਸੀਗਾ, ਕਿਉਂਕਿ ਕਾਫੀ ਲੰਬੇ ਅਰਸੇ ਬਾਅਦ ਜੋ ਹੈ ਇੱਥੇ ਟਾਈਗਰ ਨੂੰ ਸਪੋਰਟ ਕੀਤਾ ਗਿਆ, ਠੀਕ ਹੈ। ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ ਇਹ। ਨੈਕਸਟ ਇਜ਼ 4 ਸਟਾਰਸ ਆਫ ਡੈਸਟੀਨੀ। ਇਹ ਆਟੋਬਾਇਓਗ੍ਰਾਫੀ ਹੈਗੀ ਆ MM ਨਰਵਾਣੇ, ਠੀਕ ਹੈ ਜੀ, ਹਜੇ ਪਬਲਿਸ਼ ਨਹੀਂ ਹੋਈ। ਸੋ ਇਹਦੇ 'ਤੇ ਕਾਫੀ ਜ਼ਿਆਦਾ ਕੰਟਰੋਵਰਸੀ ਹੋਈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਜੋ ਕਾਂਗਰਸ ਲੀਡਰ ਆਫ ਆਪੋਜੀਸ਼ਨ ਸੀਗੇ ਰਾਹੁਲ ਗਾਂਧੀ ਜੀ, ਉਹਨਾਂ ਨੇ ਇਹਦੇ ਕੁਛ ਐਕਸਾਊਟਸ ਪੜ੍ਹੇ ਸੀਗੇ। ਐਂਡ ਜੋ ਰੂਲਿੰਗ ਪਾਰਟੀ ਹੈਗੀ ਉਹਨਾਂ ਨੇ ਆਖਿਆ ਸੀਗਾ ਕਿ ਇਹ ਅਨਪਬਲਿਸ਼ਡ ਬੁੱਕ ਹੈ, ਤੁਸੀਂ ਇੱਦਾਂ ਨਹੀਂ ਕਰ ਸਕਦੇ, ਨਹੀਂ ਪੜ੍ਹ ਸਕਦੇ ਹੈ। ਸੋ ਇਹ ਬੁੱਕ ਜੋ ਹੈ ਉਹ ਨਿਊਜ਼ ਦੇ ਵਿੱਚ ਸੀਗੀ। 4 ਸਟਾਰਸ ਆਫ ਡੈਸਟੀਨੀ ਹਜੇ ਪਬਲਿਸ਼ ਨਹੀਂ ਹੋਏਗੀ। ਕਿਹਨਾਂ ਨੇ ਲਿਖੀ ਹੈ, MM ਨਰਵਾਣੇ ਕੌਣ ਸੀਗੇ, ਆਪਣੇ ਐਕਸ ਆਰਮੀ ਚੀਫ ਸੀਗੇ, ਠੀਕ ਹੈ ਜੀ। ਉਹਨਾਂ ਨੇ ਇੱਕ ਦਾ ਕੈਂਟੋਨਮੈਂਟ ਕੌਨਸਪੀਰੇਸੀ ਵੀ ਲਿਖੇ, ਵੀ ਤੁਸੀਂ ਯਾਦ ਰੱਖਿਓ। ਸਿਮਿਲਰ ਕੇਸ ਹੋਇਆ ਸੀਗਾ ਜੋ ਆਪਣੇ ਜਨਰਲ VK ਸਿੰਘ ਸੀਗੇ, ਉਹਨਾਂ ਨੇ ਵੀ ਇੱਕ ਬੁੱਕ ਪਬਲਿਸ਼ ਕੀਤੀ ਸੀਗੀ ਜਿਹਦਾ ਨਾਮ ਸੀਗਾ ਇੰਡੀਆਜ਼ ਐਕਸਟਰਨਲ ਇੰਟੈਲੀਜੈਂਸ ਸੀਕ੍ਰੇਟਸ ਆਫ ਰੋ, ਠੀਕ ਹੈ ਜੀ। ਐਂਡ ਇਹ ਬੁੱਕ ਪਬਲਿਸ਼ ਕਰਨ ਤੋਂ ਬਾਅਦ ਉਹਨਾਂ 'ਤੇ ਜੋ ਕੇਸ ਵੀ ਚੱਲ ਰਿਹਾ ਸੀਗਾ, ਕੇਸ ਚੱਲ ਰਿਹਾ ਐਕਚੁਅਲੀ ਅੰਡਰ ਆਫੀਸ਼ੀਅਲ ਸੀਕ੍ਰੇਟਸ ਐਕਟ ਜੋ ਹੈਗਾ, ਤਾਂ ਉਹ ਕੇਸ ਚੱਲ ਰਿਹਾ ਹੈਗਾ, ਠੀਕ ਹੈ ਜੀ। ਨੈਕਸਟ ਇਜ਼ ਐਂਥਰੋਪਿਕ ਕਲਾਊਡ ਕੋਵਰਕ, ਇਹ ਵੀ ਕਾਫੀ ਇੰਪੋਰਟੈਂਟ ਨਿਊਜ਼ ਹੈਗੀ ਹੈ। ਐਂਥਰੋਪਿਕ ਜੋ ਹੈ ਇੱਕ AI ਸਟਾਰਟਅਪ ਹੈਗਾ ਸੈਨ ਫਰਾਂਸਿਸਕੋ ਦਾ, ਠੀਕ ਹੈ, ਅਮਰੀਕਾ ਦਾ। ਐਂਡ ਇਹਦਾ ਪਰਪਸ ਕੀ ਹੈਗਾ, ਬੇਸਿਕਲੀ ਕੀ ਹੋਇਆ ਸੀਗਾ 2-3 ਦਿਨ ਪਹਿਲਾਂ, ਜੇ ਤੁਸੀਂ ਸਟੋਕ ਮਾਰਕੀਟ ਦੇ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਨੌਲੇਜ ਹੈਗੀ ਆ। ਸੋ ਜਿੰਨੇ ਵੀ IT ਆਪਣੀ ਫਰਮ ਸੀਗੀਆਂ ਉਹਨਾਂ ਦੇ ਸਟੋਕਸ ਜੋ ਹੈ ਕਾਫੀ ਜ਼ਿਆਦਾ ਗਿਰ ਗਏ ਸੀਗੇ। ਇਹਦਾ ਕਾਰਨ ਕੀ ਸੀਗਾ, ਦੇਖੋ ਜੋ IT ਫਰਮਸ ਹੁੰਦੀਆਂ ਉਹ ਬੇਸਿਕਲੀ ਸੋਫਟਵੇਅਰ ਬੇਸਡ ਕੰਮ ਕਰਦੀਆਂ, ਠੀਕ ਹੈ ਜੀ। ਸੋ ਜੋ ਐਂਥਰੋਪਿਕ ਕਲਾਊਡ ਕੋਵਰਕ ਹੈਗਾ, ਇਹਦਾ ਕੰਮ ਕੀ ਹੈਗਾ, ਇਹਨੇ ਇੱਕ AI ਟੂਲ ਬਣਾਇਆ। ਐਂਥਰੋਪਿਕ ਜੋ ਸਟਾਰਟਅਪ ਹੈ, ਇਹਨੇ ਇੱਕ ਇਹੋ ਜਿਹਾ AI ਟੂਲ ਬਣਾਇਆ ਜਿਹਦੇ ਵਿੱਚ ਇਹ ਆਟੋਮੈਟਿਕਲੀ ਕੰਮ ਕਰੂਗਾ। ਮਤਲਬ ਕਿ ਜਿਹਦੇ ਵਿੱਚ ਜੋ ਸੋਫਟਵੇਅਰ ਆਪਾਂ ਯੂਜ਼ ਕਰਦੇ ਸੀਗੇ ਜਿਹੜੇ ਕੰਮ ਲਈ, ਬੇਸਿਕਲੀ ਜੋ IT ਫਰਮਸ ਬਣਾਉਂਦੇ ਸੀਗੇ, ਜਾਂ ਫਿਰ ਜੋ ਮੈਨੂਅਲੀ ਪਹਿਲਾਂ ਕੰਮ ਹੁੰਦਾ ਸੀ ਨਾ, ਜਿਵੇਂ ਕਿ ਡਾਟਾ ਐਨਾਲਿਸਿਸ ਦਾ ਕੰਮ ਹੋ ਗਿਆ, ਇਹੋ ਜਿਹੇ ਜੋ ਕੰਮ ਹੁੰਦੇ ਸੀਗੇ ਉਹ ਹੁਣ AI ਟੂਲ ਕਰੂਗਾ, ਠੀਕ ਹੈ ਸੀ। ਸੋ ਇਸ ਕਰਕੇ ਨਿਊਜ਼ ਸੀਗਾ ਐਂਥਰੋਪਿਕ, ਤੁਸੀਂ ਜ਼ਰੂਰ ਯਾਦ ਰੱਖਣਾ ਗਾ। ਨੈਕਸਟ ਇਜ਼ ਮਨੀਪੁਰ ਦੇ ਵਿੱਚ ਨਿਊ ਗਵਰਨਮੈਂਟ ਆਪਣੀ ਬਣੀ ਹੈ, ਠੀਕ ਹੈ। CM ਦਾ ਨਾਮ ਤੁਸੀਂ ਯਾਦ ਰੱਖਿਓ, ਯੂਮਨਾਮ ਖੇਮਚੰਦ ਜੋ ਹੈ CM ਬਣੇ ਹੈ। ਐਂਡ 2 ਲੀਡਰਸ, ਇੱਕ ਕੁਕੀ ਜ਼ੋ ਗਰੁੱਪ ਦੇ ਐਂਡ ਇੱਕ ਨਾਗਾ ਗਰੁੱਪ ਦੇ ਜੋ ਡਿਪਟੀ CM ਬਣੇ ਆ। ਸੋ ਨੀਅਰਲੀ 1 ਸਾਲ ਬਾਅਦ ਉੱਥੇ ਜੋ ਪ੍ਰੈਜ਼ੀਡੈਂਟ ਰੋਲ ਹੈ ਉਹ ਇਵੋਕ ਹੋਇਆਗਾ ਐਂਡ ਉੱਥੇ ਨਿਊ ਗਵਰਨਮੈਂਟ ਆਪਾਂ ਨੂੰ ਵੇਖਣ ਨੂੰ ਮਿਲੀ ਹੈ। ਸੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਜੋ ਪ੍ਰੈਜ਼ੀਡੈਂਟ ਰੂਲ ਹੈਗਾ ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਹੈਗਾ ਪ੍ਰੈਜ਼ੀਡੈਂਟ ਰੂਲ, ਠੀਕ ਹੈ, ਇਹ ਤੁਸੀਂ ਮੈਨੂੰ ਦੱਸਣਾ। ਨੈਕਸਟ ਇਜ਼ ਭੂਟਾਨ ਗੈਟਸ ਲਾਰਜੈਸਟ ਡਿਵੈਲਪਮੈਂਟ ਏਡ ਸ਼ੇਅਰ ਅਮੰਗ ਨੇਬਰਸ ਇਨ ਬਜਟ। ਸੋ ਬਜਟ ਦੇ ਵਿੱਚ ਦੇਖੋ, ਬਜਟ ਦਾ ਜੋ ਆਪਣਾ ਸੈਕਸ਼ਨ ਹੈਗਾ ਉਹ ਮੈਂ ਅਲੱਗ ਤੋਂ ਇਸ
ਚੈਨਲ ਤੇ ਤੁਹਾਨੂੰ ਸਾਰਾ ਐਕਸਪਲੇਨ ਕੀਤਾ ਹੋਇਆ, ਜੋ ਵੀ ਕੀ ਹਾਈਲਾਈਟ ਸੀਗੇ ਮੈਂ ਐਕਸਪਲੇਨ ਕੀਤੀ ਹੋਈਆਂ। ਸੋ ਬਜਟ ਤੁਸੀਂ ਕੋਈ ਵੀ ਐਗਜ਼ਾਮ ਦੇਣ ਤੋਂ ਪਹਿਲਾਂ ਜ਼ਰੂਰ ਪੜ੍ਹ ਕੇ ਜਾਣਾ ਹੈਗਾ, ਠੀਕ ਹੈ। ਉਹਨੂੰ ਤੁਸੀਂ ਸਕਿਪ ਨਹੀਂ ਕਰ ਸਕਦੇ ਐਂਡ ਤੁਹਾਨੂੰ ਉਹਦਾ PDF ਵੀ ਮਿਲ ਜੂਗਾ। ਸੋ ਉਹ ਵੀਡੀਓ ਤੁਸੀਂ ਜ਼ਰੂਰ ਦੇਖਿਓ, ਉਹਦੇ ਵਿੱਚ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ, ਮੈਂ ਅਲੱਗ ਤੋਂ ਐਕਸਪਲੇਨ ਨਹੀਂ ਕਰ ਰਹੀ ਉਹਨੂੰ, ਠੀਕ ਹੈ ਜੀ। ਬਜਟ ਦੇ ਵਿੱਚ ਮੈਂਸ਼ਨ ਸੀਗਾ ਕਿ ਜੋ ਭੂਟਾਨ ਆ ਉਹਨੂੰ ਸਭ ਤੋਂ ਜ਼ਿਆਦਾ ਏਡ ਆਪਾਂ ਜੋ ਦਿੱਤੀ ਹੈ ਐਂਡ ਚਾਬਾਰ ਪੋਰਟ ਦਾ ਜ਼ਿਕਰ ਸੀ, ਐਕਚੁਅਲੀ ਕੋਈ ਜ਼ਿਕਰ ਨਹੀਂ ਸੀਗਾ ਬਜਟ ਦੇ ਵਿੱਚ ਐਂਡ ਇਹਨੂੰ ਕੋਈ ਐਲੋਕੇਸ਼ਨ ਵੀ ਨਹੀਂ ਹੋਈ, ਕੋਈ ਪੈਸਾ ਨਹੀਂ ਦਿੱਤਾ ਗਿਆ। ਕਿਉਂਕਿ ਈਰਾਨ ਐਂਡ US ਦੇ ਵਿੱਚ ਜੋ ਹੈ ਕੋਈ ਕਨਫਲਿਕਟ ਚੱਲ ਰਹੇ ਨੇ ਐਂਡ ਇਹ ਜੋ ਪੋਰਟ ਹੈਗੀ ਆਪਣੀ ਕਿੱਥੇ ਲਾਈ ਕਰਦੀ ਹੈ, ਈਰਾਨ ਦੇ ਵਿੱਚ ਲਾਈ ਕਰਦੀ ਹੈ। ਸੋ ਹਰ ਵਾਰ ਬਜਟ ਦੇ ਵਿੱਚ ਕੁਝ ਪੈਸਾ ਜੋ ਹੈ ਇਹਦੀ ਡਿਵੈਲਪਮੈਂਟ ਲਈ ਇੰਡੀਆ ਰੱਖਦਾ ਸੀਗਾ, ਬਟ ਇਸ ਵਾਰ ਕੋਈ ਪੈਸਾ ਜੋ ਹੈ ਨਹੀਂ ਰੱਖਿਆ ਗਿਆ। ਨੈਕਸਟ ਇਜ਼ 95,000 ਕਰੋੜ ਜੋ ਹੈ ਉਹ VBG ਰਾਮਜੀ ਸਕੀਮ ਦੇ ਲਈ ਰੱਖਿਆ ਗਿਆ ਬਜਟ ਦੇ ਵਿੱਚ। VBG ਰਾਮਜੀ ਸਕੀਮ ਦੀ ਫੁੱਲ ਫਾਰਮ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ, ਵਿਕਸਿਤ ਭਾਰਤ ਗਾਰੰਟੀ ਫੋਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ, ਇਹਦੀ ਫੁੱਲ ਫਾਰਮ ਹੈਗੀ ਆ। ਐਂਡ ਇਹ ਜੋ ਸਕੀਮ ਹੈਗੀ ਉਹ ਰਿਪਲੇਸ ਕਰੂਗੀ MG ਨਰੇਗਾ ਨੂੰ, ਠੀਕ ਹੈ ਜੀ। ਸੋ ਪਹਿਲੀ ਸਕੀਮ ਜੋ MG ਨਰੇਗਾ ਸੀਗੀ ਉਹਦੇ ਵਿੱਚ ਜੋ 100% ਪੈਸਾ ਸੀਗਾ ਉਹ ਸੈਂਟਰ ਪੇ ਕਰਦੀ ਸੀਗੀ, ਵੇਜ ਬਿੱਲ ਜੋ ਸੀਗਾ। ਬਟ ਇਸ ਸਕੀਮ ਦੇ ਅੰਡਰ ਜੋ ਸ਼ੇਅਰਿੰਗ ਹੋਊਗੀ ਫੰਡਸ ਦੀ ਉਹ 60-40 ਹੋਊਗੀ, ਯਾਨੀ ਕਿ 60 ਸੈਂਟਰ ਪੇ ਕਰੂਗਾ, 40 ਸਟੇਟਸ ਪੇ ਕਰਨਗੀਆਂ ਐਂਡ 90-10 ਹੋਊਗੀ ਨੌਰਥ ਈਸਟਰਨ ਸਟੇਟਸ ਲਈ, ਹਿਮਾਲਯਨ ਸਟੇਟ ਲਈ ਐਂਡ UT ਵਿਦ ਲੈਜਿਸਲੇਚਰ ਲਈ, ਠੀਕ ਹੈ ਜੀ। ਐਂਡ ਜੋ UTs ਜਿੱਥੇ ਕੋਈ ਲੈਜਿਸਲੇਚਰ ਨਹੀਂ ਹੋਗੀ, ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਕਿਹੜੀ UT ਆਪਣੀ ਇਹੋ ਜਿਹੀ ਹੈਗੀ ਆ ਜਿੱਥੇ ਕੋਈ ਲੈਜਿਸਲੇਚਰ ਵਿਧਾਨ ਸਭਾ ਨਹੀਂ ਹੈਗੀ, ਠੀਕ ਹੈ। ਉਹਨਾਂ ਦਾ 100% ਖਰਚਾ ਕੌਣ ਉਠਾਊਗਾ, ਸੈਂਟਰ ਉਠਾਊਗਾ। ਮਨਰੇਗਾ ਦੇ ਵਿੱਚ ਆਪਾਂ ਦੇਖਿਆ ਸੀ ਕਿ MG ਨਰੇਗਾ ਦੇ ਵਿੱਚ ਉਹ 100 ਡੇਜ਼ ਦੀ ਜੋ ਹੈ ਗਾਰੰਟੀ ਵਰਕ ਦਿੰਦੇ ਸੀਗੇ, ਇਹਦੇ ਵਿੱਚ 125 ਡੇਜ਼ ਦਾ ਜੋ ਹੈ ਉਹ ਗਾਰੰਟੀ ਜੋ ਹੈ ਵਰਕ ਦਿੱਤਾ ਜਾਂਦਾ ਹੈਗਾ ਫॉर ਅਨਸਕਿਲਡ ਵਰਕ, ਠੀਕ ਹੈ ਜੀ, ਟੂ ਐਵਰੀ ਰੂਰਲ ਹਾਊਸ ਹੋਲਡ। ਨੈਕਸਟ ਇਜ਼ X8.3 ਫਲੇਅਰ ਨਿਊਜ਼ ਦੇ ਵਿੱਚ ਸੀਗਾ, ਇਹ ਸਟਰੋਂਗੈਸਟ ਸੋਲਰ ਫਲੇਅਰ ਹੈਗਾ ਜੀ 2026 ਦਾ ਟੂ ਰੀਚ ਔਨ ਅਰਥ। ਸੋ ਅਰਥ 'ਤੇ ਕੁਝ ਜੋ ਹੈ ਸੋਲਰ ਫਲੇਅਰਸ ਆ ਰਹੇ, ਜਿਹਦੇ ਕਰਕੇ ਆਪਾਂ ਤੁਸੀਂ ਕਈ ਵਾਰ ਦੇਖਦੇ ਹੋਗੇ ਨਿਊਜ਼ ਦੇ ਵਿੱਚ ਤੁਸੀਂ ਵੇਖਦੇ ਹੋਗੇ ਔਰੋਰਾਜ਼ ਜੋ ਹੈ ਆਪਾਂ ਨੂੰ ਵੇਖਣ ਨੂੰ ਮਿਲਦੇ ਆ, ਠੀਕ ਹੈ। ਉਹ ਪੋਲਰ ਏਰੀਆਜ਼ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੇ ਆ, 2 ਔਰੋਰਾਜ਼ ਹੁੰਦੇ ਆ, ਆਪਾਂ ਜਿਓਗ੍ਰਾਫੀ ਦੇ ਵਿੱਚ ਕਵਰ ਕੀਤੇ ਸੀਗੇ। ਸੋ ਉਹ ਸੋਲਰ ਫਲੇਅਰ ਕਰਕੇ ਹੀ ਵੇਖਣ ਨੂੰ ਮਿਲਦੇ ਆ, ਆਪਣੇ ਆਇਨੋਸਫੇਅਰ ਤੱਕ ਆਉਂਦੇ ਆ ਐਂਡ ਜਦੋਂ ਵੀ ਸੋਲਰ ਫਲੇਅਰਸ ਆਉਂਦੀਆਂ ਨੇ ਤਾਂ ਆਪਣਾ ਜੋ ਟੈਲੀਗ੍ਰਾਫ ਸਿਸਟਮ ਹੈਗਾ, ਆਪਣੇ ਕਮਿਊਨੀਕੇਸ਼ਨ ਸਿਸਟਮ, ਸੈਟੇਲਾਈਟ ਨੂੰ ਅਫੈਕਟ ਕਰ ਦਿੰਦਾ ਹੈ, ਠੀਕ ਹੈ ਜੀ। ਸੋ ਇੱਕ ਸਟਰੋਂਗੈਸਟ ਜੋ ਫਲੇਅਰਸ ਹੈਗੇ ਉਹ ਹੁਣ ਵੀ ਧਰਤੀ 'ਤੇ ਆ ਰਹੀਆਂ ਨੇ ਐਂਡ ਇਹਦੇ ਵਿੱਚ ਜੋ 5 ਕੈਟਾਗਰੀਜ਼ ਹੁੰਦੀਆਂ A, B, C, M ਐਂਡ X ਕੈਟਾਗਰੀ ਆਫ ਸੋਲਰ ਫਲੇਅਰ। ਇਹਦੇ ਵਿੱਚ ਜੋ X ਕੈਟਾਗਰੀ ਹੈ ਉਹ ਸਭ ਤੋਂ ਮੋਸਟ ਪਾਵਰਫੁਲ ਮੰਨੀ ਗਈ ਹੈ, ਠੀਕ ਹੈ ਜੀ। ਨੈਕਸਟ ਇਜ਼ ਕਾਫੀ ਇੰਪੋਰਟੈਂਟ ਨਿਊਜ਼ ਇਜ਼ India US ਡੀਲ। India US ਡੀਲ ਤੁਸੀਂ ਇਹਨੂੰ ਵੇਖੀ ਹੋਣੀ ਨਿਊਜ਼ ਦੇ ਵਿੱਚ, ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਰਹੀ ਸੀਗੀ। ਸੋ ਇਹਦੇ ਵਿੱਚ ਬੇਸਿਕਲੀ ਹੋਇਆ ਕੀ ਹੈ, ਇੰਡੀਆ 'ਤੇ ਪਹਿਲਾਂ 50% ਟੈਰਿਫ ਲਾਇਆ ਸੀਗਾ ਜੋ ਕਿ ਹਾਈਐਸਟ ਸੀਗਾ ਇਨ ਦਾ ਵਰਲਡ। ਇੰਨਾ ਟੈਰਿਫ US ਨੇ ਕਿਸੇ ਕੰਟਰੀ 'ਤੇ ਨਹੀਂ ਲਾਇਆ ਜਿੰਨਾ ਕਿ ਇੰਡੀਆ 'ਤੇ ਲਾਇਆ ਹੋਇਆ ਸੀਗਾ। ਕਾਰਨ ਕੀ ਸੀਗਾ ਕਿ 25% ਆਪਾਂ ਇੰਡੀਆ ਜੋ ਹੈ ਉਹ ਰਸ਼ੀਆ ਆਇਲ ਲੈ ਰਹੇ ਸੀਗੇ, US ਨੇ ਮਨਾ ਕੀਤਾ ਸੀਗਾ ਬਟ ਆਪਾਂ ਫਿਰ ਵੀ ਰਸ਼ੀਆ ਆਇਲ ਲੈ ਰਹੇ ਸੀ ਕਿਉਂਕਿ ਆਪਣੇ ਲਈ ਰਸ਼ੀਆ ਇੱਕ ਐਲਾਈ ਵੀ ਹੈਗਾ ਅਤੇ ਨਾਲ ਆਪਾਂ ਨੂੰ ਰਸ਼ੀਆ ਆਇਲ ਜੇ ਸਸਤਾ ਪੈਂਦਾ। ਤਾਂ ਉਹਦੇ 'ਤੇ 25% ਪੈਨਲਟੀ ਲਾਤੀ ਪਲੱਸ 25% ਜੋ ਹੈ ਰੈਸੀਪ੍ਰੋਕਲ ਟੈਰਿਫ ਲਾਤਾ। ਰੈਸੀਪ੍ਰੋਕਲ ਟੈਰਿਫ ਕੀ ਹੁੰਦਾ ਹੈ ਕਿ ਸਪੋਜ਼ ਕਰੋ US ਦਾ ਕੋਈ ਸਮਾਨ ਜੋ ਹੈ ਉਹ ਇੰਡੀਆ ਆ ਰਿਹਾਗਾ, ਆਪਾਂ ਨੇ ਉਸ 'ਤੇ ਟੈਰਿਫ ਲਗਾਤਾ ਤਾਂ ਉਹਦੇ ਬਦਲੇ ਜੋ ਹੈ US ਕਹੂਗਾ ਵੀ ਤੁਸੀਂ ਟੈਰਿਫ ਲਾ ਰਹੇ ਹੋ ਤਾਂ ਅਸੀਂ ਵੀ ਉਸ ਚੀਜ਼ 'ਤੇ ਟੈਰਿਫ ਲਾਵਾਂਗੇ, ਹੁੰਦਾ ਰੈਸੀਪ੍ਰੋਕਲ ਟੈਰਿਫ। ਤੋਂ ਪਹਿਲਾਂ 18% ਹੁੰਦਾ ਸੀਗਾ ਰੈਸੀਪ੍ਰੋਕਲ ਟੈਰਿਫ, ਉਹਨੂੰ ਵਧਾ ਕੇ 7% ਵਧਾ ਕੇ 25 ਕਰਤਾ ਸੀਗਾ। ਸੋ 25 ਮਿਲ ਕੇ ਜੋ 50% ਟੈਰਿਫ ਇੰਡੀਆ 'ਤੇ ਲੱਗਿਆ ਸੀਗਾ, ਜੋ ਹੁਣ ਰਿਡਿਊਸ ਹੋ ਕੇ ਕਿੰਨਾ ਹੋ ਗਿਆ 18% ਕਰਤਾ, ਠੀਕ ਹੈ ਜੀ। ਸੋ ਬੇਸਿਕਲੀ ਜੋ ਪੈਨਲਟੀ ਸੀਗੀ ਉਹ ਹਟਾਤੀ ਕਿਉਂਕਿ ਹੁਣ ਇਸ ਡੀਲ ਦੇ ਵਿੱਚ ਕਿਹਾ ਗਿਆ ਕਿ ਜੋ ਇੰਡੀਆ ਹੈਗਾ ਉਹ ਰਸ਼ੀਅਨ ਆਇਲ ਨਹੀਂ ਲਊਗਾ, ਉਹ ਵੈਨੇਜ਼ੁਏਲਾ ਤੋਂ ਆਇਲ ਲਊਗਾ, ਠੀਕ ਹੈ ਜੀ। ਸੋ ਇਹ ਪੈਨਲਟੀ ਵੀ ਹਟਾਤੀ ਐਂਡ ਇਹਨੂੰ 25% ਤੋਂ ਦੁਬਾਰਾ ਕਿੰਨਾ ਕਰਤਾ 18% ਕਰਤਾ, ਠੀਕ ਹੈ ਜੀ। ਐਂਡ ਇੱਦਾਂ ਹੋਇਆ ਕਿਉਂ, ਡੀਲ ਸਾਈਨ ਕਿਉਂ ਹੋਈ ਹੈ, ਬੇਸਿਕਲੀ ਆਪਣਾ ਜੋ ਬਜਟ ਅਨਾਊਂਸ ਹੋਇਆ ਸੀਗਾ ਉਹਦੇ ਵਿੱਚ ਕੁਝ US ਦੀ ਡਿਮਾਂਡ ਸੀਗੀਆਂ, ਜਿਵੇਂ ਕਿ ਉਹਨਾਂ ਨੇ ਡਾਟਾ ਸੈਂਟਰਸ ਇਸਟੈਬਲਿਸ਼ ਕਰਨੇ ਸੀਗੇ, ਠੀਕ ਹੈ ਜੀ। ਜੋ ਨਿਊਕਲੀਅਰ ਪਾਵਰ ਸੈਕਟਰ ਹੈ ਉਹਦੇ ਵਿੱਚ ਉਹ ਥੋੜ੍ਹਾ ਚਾਹੁੰਦੇ ਸੀਗੇ ਜੋ ਕਸਟਮ ਡਿਊਟੀਜ਼ ਹੈ ਕੰਮ ਹੋ, ਐਵੀਏਸ਼ਨ ਸੈਕਟਰ ਦੇ ਵਿੱਚ ਚਾਹੁੰਦੇ ਸੀਗੇ ਕਸਟਮ ਡਿਊਟੀਜ਼ ਕੰਮ ਹੋ। ਸੋ ਇਹ ਸਾਰੇ ਕੰਸਰਨ ਨੂੰ ਐਡਰੈਸ ਕੀਤਾ ਗਿਆ ਆਪਣੇ ਬਜਟ ਦੇ ਵਿੱਚ, ਇਸ ਕਰਕੇ ਜੋ ਹੈ ਡੀਲ ਸਾਈਨ ਹੋਈ ਸੀਗੀ, ਠੀਕ ਹੈ। ਨੈਕਸਟ ਇਜ਼ 16th ਫਾਈਨੈਂਸ ਕਮਿਸ਼ਨ, ਅਗੇਨ ਕਾਫੀ ਇੰਪੋਰਟੈਂਟ ਨਿਊਜ਼ ਹੈਗੀ ਕਿਉਂਕਿ ਜਿਸ ਦਿਨ ਆਪਣਾ ਬਜਟ ਪੇਸ਼ ਹੋਇਆ ਸੀਗਾ 1 ਫੈਬ ਨੂੰ, ਉਸੇ ਦਿਨ ਆਪਣੇ ਫਾਈਨੈਂਸ ਮਿਨਿਸਟਰ ਨੇ 16th ਫਾਈਨੈਂਸ ਕਮਿਸ਼ਨ ਦੀ ਜੋ ਰਿਕਮੈਂਡੇਸ਼ਨ ਸੀਗੀ ਉਹਨਾਂ ਨੂੰ ਐਕਸੈਪਟ ਕਰ ਲਿਆ ਸੀਗਾ। ਐਂਡ 16th ਫਾਈਨੈਂਸ ਕਮਿਸ਼ਨ ਦੇ ਹੈੱਡ ਕੌਣ ਹੈ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ, ਠੀਕ ਹੈ ਜੀ। ਇਹ ਕਾਫੀ ਇੰਪੋਰਟੈਂਟ ਨਿਊਜ਼ ਆਪਣੇ ਲਈ ਹੋ ਜਾਂਦੀ ਹੈ, ਇਸ ਵੀਡੀਓ ਦੇ ਵਿੱਚ ਕਵਰ ਕਰਨਾ ਫਿਰ ਕਾਫੀ ਲੰਬੀ ਵੀਡੀਓ ਬਣ ਜੂਗੀ, ਪੋਸੀਬਲ ਨਹੀਂ ਹੈਗਾ। ਸੋ ਇਹਦੇ ਲਈ ਮੈਂ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗੀ 16th ਫਾਈਨੈਂਸ ਕਮਿਸ਼ਨ, ਕਿਉਂਕਿ ਕੁਝ ਬਦਲਾਵ ਕੀਤੇ ਗਏ ਨੇ,
ठीक है जी। सो ਇਹਦਾ टाइम पीरियड की हैगा 2026 तो 2031। ठीक है जी। जो वर्टिकल डिवोल्यूशन रखा गया वो रखा 41%। मतलब सेंटर ਦੇ ਵਿੱਚੋਂ ਜੋ ਮਤਲਬ ਸੈਂਟਰ ਨੂੰ ਜੇ 100 ਮਿਲ ਰਿਹਾ ਹੈਗਾ ਤਾਂ ਉਹਦੇ ਵਿੱਚੋਂ 41 ਜੋ ਹੈ ਉਹ ਸਟੇਟਸ ਨੂੰ ਮਿਲੂਗਾ। ਇਹ ਹੁੰਦਾ ਵਰਟੀਕਲ ਜੋ ਸਟੇਟਸ ਨੂੰ ਮਿਲੇਗਾ। ਐਂਡ ਸਟੇਟਸ ਦੇ ਵਿੱਚ ਆਪਸ ਦੇ ਵਿੱਚ ਕਿੰਨਾ ਮਿਲੂਗਾ, ਆਪਸ ਦੇ ਵਿੱਚ ਕਿੰਨਾ ਡਿਵਾਈਡ ਹੋਊਗਾ, ਪੰਜਾਬ ਨੂੰ ਕਿੰਨਾ ਮਿਲੂਗਾ, ਹਰਿਆਣਾ ਨੂੰ ਕਿੰਨਾ ਮਿਲੂਗਾ। ਠੀਕ ਹੈ। ਉਹ ਜੋ ਹੈ ਉਹ ਚੇਂਜ ਕੀਤਾ ਗਿਆ। ਉਹਦੇ ਵਿੱਚ ਜੋ ਕ੍ਰਾਈਟੇਰੀਆ ਸੀਗਾ ਵੀ ਕਿਹੜੀ ਸਟੇਟ ਨੂੰ ਕਿੰਨਾ ਮਿਲਣਾ ਚਾਹੀਦਾ, ਉਹਦੇ ਕੁਝ ਕ੍ਰਾਈਟੇਰੀਆਜ਼ ਰੱਖੇ ਹੋਏ ਸੀਗੇ, ਕੁਝ ਵੇਟਸ ਰੱਖੇ ਹੋਏ ਸੀਗੇ, ਉਹ ਚੇਂਜ ਕਰਤੇ ਹੈ। ਠੀਕ ਹੈ ਜੀ। ਸੋ ਉਹਦੇ ਬੇਸ 'ਤੇ ਜੋ ਆਪਣੀ ਸਦਰਨ ਸਟੇਟਸ ਹੈਗੀ ਕਰਨਾਟਕਾ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਐਂਡ ਤਮਿਲਨਾਡੂ, ਇਹਨਾਂ ਦੀ ਜੋ ਐਲੋਕੇਸ਼ਨ ਆ ਉਹ ਵਧੂਗੀ। ਐਂਡ ਜੋ ਆਪਣੀ ਨਰਦਰਨ ਇੰਡੀਆ ਦੀ ਸਟੇਟਸ ਹੈਗੀ ਆ ਯੂਪੀ, ਬਿਹਾਰ, ਐਮਪੀ, ਛੱਤੀਸਗੜ੍ਹ ਐਂਡ ਰਾਜਸਥਾਨ, ਇਹਨਾਂ ਦਾ ਜੋ ਸ਼ੇਅਰ ਸੀਗਾ ਡਿਵਿਜ਼ੀਬਲ ਪੂਲ ਦੇ ਵਿੱਚ ਉਹ ਜੋ ਹੈ ਘਟੂਗਾ। ਠੀਕ ਹੈ ਜੀ। ਬਿਕੋਜ਼ ਇਹ ਜੋ ਹੈ ਕ੍ਰਾਈਟੇਰੀਆ ਚੇਂਜ ਕੀਤਾ ਗਿਆ ਹੈਗਾ। ਸੋ ਕ੍ਰਾਈਟੇਰੀਆ ਕੀ ਹੈਗਾ ਉਹ ਮੈਂ ਅਲੱਗ ਜੋ ਹੈ ਵੀਡੀਓ ਬਣਾ ਦਾਂਗੀ ਇਸ 'ਤੇ। ਸੋ ਦਿਸ ਵਾਜ਼ ਆਲ ਅਬਾਊਟ ਦਾ ਨਿਊਜ਼। ਸੋ ਅੱਜ ਦਾ ਕੁਐਸਚਨ ਆਪਣਾ ਹੈਗਾ ਜੀ ਦਾ ਗ੍ਰੈਂਡ ਸਲੈਮ ਟੂਰਨਾਮੈਂਟ ਜੋ ਆਪਣੀ ਫਸਟ ਨਿਊਜ਼ ਸੀਗੀ, ਇਹਨੂੰ ਮੇਜਰਸ ਵੀ ਕਹਿੰਦੇ ਆ। ਇਹਦੇ ਵਿੱਚ ਕਿਹੜੇ ਕਿਹੜੇ ਆਪਣੇ ਜੋ ਹੈ ਕੱਪ ਆਉਂਦੇ ਤੁਸੀਂ ਮੈਨੂੰ ਦੱਸਣਾ ਹੈਗਾ। ਠੀਕ ਹੈ। ਕਿਹੜੇ ਕਿਹੜੇ ਇਵੈਂਟਸ ਟੂਰਨਾਮੈਂਟਸ ਆਪਾਂ ਕਹਿ ਸਕਦੇ ਹੋ ਆਉਂਦੇ ਆ। ਆਪਸ਼ਨ ਤੁਹਾਡੇ ਆਪਣੇ ਹੈਗੇ ABE, ਸੈਕਿੰਡ ਆਪਸ਼ਨ BCDE, ਥਰਡ ਆਪਸ਼ਨ ABCD ਐਂਡ ਫੋਰਥ ਆਪਸ਼ਨ ਆਲ ABCD ਐਂਡ E। ਠੀਕ ਹੈ ਜੀ। ਸੋ ਇਹ ਅੱਜ ਦਾ ਕੁਐਸਚਨ ਆਪਣਾ ਹੈਗਾ। ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਆਨਸਰ ਕਰਨਾ ਹੈ। ਇਸ ਤੋਂ ਬਾਅਦ ਵੈਬਸਾਈਟ ਆਪਣੀ ਹੈਗੀ www.sanghaish.com। ਉਸ ਤੋਂ ਬਾਅਦ ਆਪਣੀ ਐਪ ਅਵੇਲੇਬਲ ਹੈਗੀ ਹੈ ਪਲੇ ਸਟੋਰ 'ਤੇ ਜਾ ਕੇ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਐਂਡ ਜੇ ਤੁਸੀਂ ਇਹਦਾ PDF ਲੈਣਾ ਗਾ ਦੈਨ ਟੈਲੀਗ੍ਰਾਮ 'ਤੇ ਗਰੁੱਪ ਬਣਿਆ ਹੋਇਆ ਸੰਘਰਸ਼ ਅਕੈਡਮੀ PDFs ਐਂਡ ਜੋਬ ਅਪਡੇਟਸ, ਇਹਦੇ ਵਿੱਚ ਜਾ ਕੇ ਤੁਸੀਂ ਇਸ PDF ਨੂੰ ਲੈ ਸਕਦੇ ਹੋ। ਠੀਕ ਹੈ ਜੀ। ਸੋ ਇਹ ਆਪਣੀ ਅੱਜ ਦੀ ਵੀਡੀਓ ਸੀਗੀ, ਕਰੰਟ ਅਫੇਅਰ ਨਿਊਜ਼ ਸੀਗੀਆਂ। ਆਈ ਹੋਪ ਤੁਹਾਨੂੰ ਇਹਦੇ ਤੋਂ ਕਾਫੀ ਜ਼ਿਆਦਾ ਜੋ ਹੈ ਬੈਨੀਫਿਟ ਮਿਲੂਗਾ। ਐਂਡ ਐਵਰੀ ਫਰਾਈਡੇ ਜੋ ਆਪਾਂ ਵੀਕਲੀ ਕਰੰਟ ਅਫੇਅਰਸ ਲੈ ਕੇ ਆਵਾਂਗੇ। ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਆਉਣ ਵਾਲੀ ਵੀਡੀਓ ਵੇਖਣ ਲਈ। ਥੈਂਕ ਯੂ ਸੋ ਮਚ।